मस्जिद जेरे तमीर हिस्सा पाते जाओ। जिंदर साहब आज तो आमिर साहब कोई नहीं ना गाला शाला कटियां तो ट्रुथ सीकर दावा देने गाला कट के जाएगा गाला कट के जाएगा नहीं ਗਾਲਾਂ ਗੂਲਾਂ ਇਸੇ ਤਰ੍ਹਾਂ ਹੀ ਆ, ਜਦੋਂ ਮਤਲਬ ਅਲਾਮੇ ਇੱਕ ਦੂਸਰੇ ਨੂੰ ਦਿੱਤੇ ਜਾਣੇ ਸ਼ੁਰੂ ਹੋ ਜਾਣ, ਬੰਦਾ ਅਗਰ ਉਹ ਅਲਾਮਾ ਸਾਹਿਬ ਨੇ, ਇਹਨਾਂ ਨੂੰ ਅਲਾਮਾ ਸਾਹਿਬ ਮੰਨਿਆ ਗਿਆ ਹੈ, ਹੁਸੈਨੀ ਸਾਹਿਬ ਨੇ ਮਾਸ਼ਾਅੱਲਾ ਇਹਨਾਂ ਨੂੰ ਬੜਾ ਇੱਕ ਮੁਕਾਮ ਦਿੱਤਾ ਹੈ, ਤੇ ਉਹਨਾਂ ਦੇ ਕੋਲੋਂ ਅਸੀਂ ਸਵਾਲ ਪੁੱਛ ਸਕਦੇ ਹਾਂ। ਇਹ ਤੇ ਠੀਕ ਹੈ ਨਾ, ਅਸੀਂ ਤੇ ਨਹੀਂ, ਅਸੀਂ ਤੇ ਆਜਿਜ਼ ਜੇ ਬੰਦੇ ਆ, ਕੁਛ ਵੀ ਨਹੀਂ, ਨਾ ਹੋਣਾ ਨਾ ਹੋਣਾ ਇੱਕੋ ਹੀ ਗੱਲ ਹੈ। ਤੇ ਸਾਡਾ ਅਸੀਂ ਇਹ ਕਿ ਚਲੋ ਸਵਾਲ ਤੇ ਪੁੱਛ ਸਕਦੇ ਹਾਂ ਨਾ, ਅਵਾਮੁਲ ਗਨਾਮ ਤੇ ਹੋ ਹੀ ਸਕਦੇ ਹਾਂ ਨਾ, ਤੇ ਉਹਨਾਂ ਕੋਲ ਸਵਾਲ ਪੁੱਛ ਲਿਆ ਕਰੋ ਤੇ ਤੁਸੀਂ ਇਲਮ ਸਿੱਖੋ ਉਹਨਾਂ ਕੋਲੋਂ। ਜਿਸ ਤਰ੍ਹਾਂ ਕਿ ਉਹਨਾਂ ਕੋਲ ਸਵਾਲ ਪੁੱਛਿਆ ਜਾਂਦਾ ਹੈ, ਉਹ ਨਹੀਂ ਸਵਾਲ ਨਹੀਂ ਦੱਸਦੇ, ਜਾਂ ਕੋਈ ਤਹਿਰੀਰ ਉਹ ਪੜ੍ਹਦੇ ਨੇ, ਥੋੜ੍ਹੀ ਜਿਹੀ ਪੜ੍ਹਦੇ ਨੇ, ਇੱਕ ਸੁਰਖੀ ਵੱਡੀ ਜੀ ਉਹਨਾਂ ਨੇ ਦਿਖਾਈ ਹੈ ਇੱਥੇ, ਤੇ ਉਹਨੂੰ ਉੱਤੋਂ ਥੋੜਾ ਜਿਹਾ ਉਹਨਾਂ ਨੇ ਦੱਸ ਦਿੱਤਾ ਕਿ ਇਹ ਗੱਲ ਹੀ ਪੂਰੀ ਹੋ ਗਈ, ਤੇ ਜੋ ਪੂਰੀ ਹੋ ਗਈ ਜਿਹਦੇ ਨਾਲ ਮਾਮਲਾ ਹੈ, ਜਿਸ ਬੰਦੇ ਦੇ ਨਾਲ ਉਹ ਬੰਦਾ ਦੱਸ ਰਿਹਾ ਕਿ ਪੂਰੀ ਹੋ ਗਈ ਹੈ, ਤੇ ਉਸ ਮਾਮਲੇ ਨੂੰ ਪੂਰੇ ਨੂੰ ਪੜ੍ਹ ਲਿਆ ਜਾਏ ਔਰ ਦੇਖਿਆ ਜਾਏ ਤੇ ਪੂਰੀ ਹੋ ਗਈ ਹੈ, ਤੇ ਫਿਰ ਠੀਕ ਹੈ। ਅਗਰ ਕੋਈ ਬੰਦਾ ਆਖੇ ਕਿ ਨਹੀਂ ਪੂਰੀ ਹੋਈ, ਤੇ ਫਿਰ ਵੀ ਅਸੀਂ ਕੀ ਆਖ ਸਕਦੇ ਹਾਂ, ਉਹਨੂੰ ਜ਼ਬਰਦਸਤੀ ਤਾਂ ਨਹੀਂ ਆਖ ਸਕਦੇ ਕਿ ਪੂਰੀ ਹੋ ਗਈ। ਅੱਲਾਹ ਤਾਲਾ ਉਹਨੂੰ ਸਮਝ ਦੇਗਾ, ਦੇਖੋ ਸਮਝ ਦੇਗਾ। ਹਾਂਜੀ ਸਾਈਂ ਜੀ, जी जी ਬੋਲੋ। हाँ नहीं, बड़ियां अच्छियां गल्लां तुसीं वजाहत कर दिंदे हो, समझा दिंदे हो। ते किधर गए ने साडे कश्मीरी साहब? नहीं नजर आए, अली वाला साहब आ गए ने माशाअल्लाह। हुसैनी भाई कल एक बंदा आया सी, जी जी ਉਹ ਮੈਂ ਨਾ ਬੁੱਲਾ ਖਲੋਤਾ ਗਾਲਾਂ ਸ਼ਾਲਾਂ ਕੱਢਦਾ ਰਿਹਾ, ਤੇ ਅਗਰ ਅਹਿਮਦੀ ਬਰਾਤ ਚੁੱਪ ਕਰ ਜਾਂਦਾ ਲੈ ਜਾਂਦਾ ਥੱਲੇ, ਤਾਂ ਉਸ ਬੰਦੇ ਤੋਂ ਨਹੀਂ ਪੈ ਜਾਣਾ ਸੀ। हाँ जी ਕੱਲ ਇੱਕ ਬੰਦਾ ਆਇਆ ਸੀ, आहो नहीं नहीं मैनू नहीं है पता, मैं जानना ओनू अगे होके गया, वो तो कर गया दरिया झेलम ते ਉਹ ਆਇਆ ਆਇਤ ਲੈ ਕੇ, ਤੇ ਉਹ ਕਹਿਣ ਲੱਗਾ ਆਇਤ ਮਿਲ ਗਈ ਹੈ ਜਿਹੜੀ ਨਜ਼ੂਲ ਮਸੀਹ ਦੀ, ਤੇ ਮੈਂ ਕਿਹਾ ਪੜ੍ਹ, ਤੇ ਉਰਦੂ ਚ ਪੜ੍ਹਨ ਲੱਗ ਪਿਆ। ਮੈਂ ਕਿਹਾ ਉਰਦੂ ਚ ਤੇ ਕੁਰਾਜੀ ਹੁੰਦਾ ਹੀ ਨਹੀਂ, ਤੇ ਤੂੰ ਇਹ ਕਿ ਆਇਤ ਕਿਤੋਂ ਪੜ੍ਹਨਾ ਪਿਆ? ਕਹਿੰਦਾ ਜੀ ਮੇਰਾ ਵਜ਼ੂ ਨਹੀਂ ਹੈ। ਤੇ ਮੈਂ ਕਿਹਾ ਫਿਰ ਵਜ਼ੂ ਕਰ ਆ ਜਾ ਕੇ। ਉਹ ਫਿਰ 2 ਘੰਟੇ ਲੱਗੇ ਵਜ਼ੂ ਕਰਨ ਗਿਆ, ਫਿਰ ਵਾਪਸ ਆਇਆ, ਫਿਰ ਦੁਬਾਰਾ ਉਰਦੂ ਪੜ੍ਹਨ ਲੱਗ ਪਿਆ। ਮੈਂ ਕਿਹਾ ਇਹ ਕੀ ਕਰਦੇ ਆ? ਕਹਿੰਦਾ ਜੀ ਵਜ਼ੂ ਟੁੱਟ ਗਿਆ। ਤੇ ਮੈਂ ਕਿਹਾ ਫਿਰ ਜਾ ਦੁਬਾਰਾ ਕਰ। ਉਹ ਫਿਰ ਦਰਿਆ ਜੇਲਮ ਤੇ ਟੁਰ ਗਿਆ। ਸਰਾਇਆ ਮੁਰਗ ਵਾਲੀ ਗੱਲ ਹੋ ਗਈ ਨਾ ਜੀ। ਮੈਂ ਲੂਮੜੀ ਤੇ ਮੁਰਗ ਵਾਲੀ ਗੱਲ ਹੋ ਰਹੀ। ਜੱਜਾ ਭਾਈ ਗੱਲ ਇਹ ਹੈ, ਕੱਲ ਉਹ ਬੰਦਾ ਆਇਆ ਤੇ ਉਹਨੂੰ ਰਾਣਾ ਤੇ ਤੁਸੀਂ ਇਸ ਤੋਂ ਅਵਾਇਡ ਕਰੋ। ਅੱਛਾ ਉਹ ਕੱਢ ਰਿਹਾ ਹੈ ਮਿਰਜ਼ਾ ਸਾਹਿਬ ਨੂੰ ਗਾਲਾਂ, ਇਹ ਅੱਗੋਂ ਸੁਣੀ ਜਾ ਰਹੇ ਨੇ, ਗਾਲਾਂ ਕੱਢੀ ਜਾ ਰਹੇ ਨੇ, ਤੇ ਉਹ ਮੈਂ ਦਿਲੇ ਸੋਚਿਆ ਵੀ ਇਹ ਅਗਰ ਚੁੱਪ ਕਰ ਜਾਵਣੇ ਤੇ ਹੋ ਸਕਦਾ ਹੁਸੈਨੀ ਭਾਈ ਨਾਲ ਸ਼ੁਰੂ ਹੋ ਜਾਵੇ ਬੰਦਾ। ਨਹੀਂ ਹੁਸੈਨੀ ਸਾਹਿਬ ਕਦੀ ਵੀ ਕਿਸੇ ਨੂੰ ਗਾਲ ਨਹੀਂ ਕੱਢਦੇ, ਕਿਸੇ ਆਮ ਬੰਦੇ ਦੇ ਬਾਰੇ ਵੀ ਕੋਈ ਬੁਰਾ ਲਫ਼ਜ਼ ਨਹੀਂ ਗੱਲ ਨਹੀਂ ਸਮਝੋ, ਉਸ ਬੰਦੇ ਦੀ ਜਿਹੜੀ ਉਹ ਰਫਤਾਰ ਸੀ ਨਾ। ਹਾਂਜੀ, ਤੇ ਉਹ ਤੁਸੀਂ ਇਹ ਸਮਝਿਆ ਉਹ ਕਰਦਾ ਗਿਆ, ਤੇ ਹੁਸੈਨੀ ਸਾਹਿਬ ਨੂੰ ਚਾਹੀਦਾ ਕਿ ਉਹਦੇ ਪਿੱਛੇ ਲੱਗ ਜਾਣਾ ਇੱਕ ਵਾਰੀ ਉਹਨੂੰ। ਨਹੀਂ ਮੈਂ ਆਖਿਆ ਅਗਰ ਅਹਿਮਦੀ ਉਤਰ ਗਏ ਨਾ ਸਾਰੇ, ਤੇ ਹੋ ਸਕਦਾ ਹੈ ਕਿ ਬੰਦੇ ਨੂੰ ਵਾਹ ਕੋਈ ਨਾ ਮਿਲੇ ਤਾਂ ਸਕੇ ਚਲੋ ਹੁਸੈਨੀ ਭਾਈ ਤੁਸੀਂ ਬੈਠੇ ਸਿੱਧੇ ਹੋ ਜਾਓ। ਅੱਛਾ ਯਾਨੀ ਏਡਾ ਜਜ਼ਬਾਤੀ ਸੀ ਕਿ ਉਹਨੇ ਸਾਰਿਆਂ ਨੂੰ ਸਾਰੇ ਟੁਰ ਜਾਣ, ਤੇ ਹੁਸੈਨੀ ਸਾਹਿਬ ਨੂੰ ਵੀ ਮੈਂ ਫਿਰ ਬਾਦੋ ਗਾਣਾ। ਲੇਕਿਨ ਉਹ ਅਹਿਮਦੀਆਂ ਨੇ ਵੀ ਕਸਮ ਚੁੱਕੀ ਸੀ ਕਿ ਅਸੀਂ ਮਿਰਜ਼ਾ ਸਾਹਿਬ ਨੂੰ ਗਾਲਾਂ ਕਢਾ ਕੇ ਜਾਣੀਆਂ ਨੇ। ਨਹੀਂ ਮਤਲਬ ਇਹ ਕਿ ਉੱਥੇ ਅਹਿਮਦੀਆਂ ਨੇ ਕੀ ਕਰਨਾ ਹੈ? ਜਦੋਂ ਕੋਈ ਗਾਲਾਂ ਕੱਢਦਾ ਤੇ ਫਿਰ ਅਹਿਮਦੀ ਤੇ ਵਿਚਾਰੇ ਖਾਮੋਸ਼ੀ ਨਾਲ ਸੁਣਨਗੇ ਹੀ ਨਾ। ਅਹਿਮਦੀ ਅਗਰ ਜਾਂ ਜਵਾਬ ਦੇਣਗੇ ਜਾਂ ਸੁਣਨਗੇ। ਮਤਲਬ ਉਹ ਗਾਲਾਂ ਕੱਢਣ ਵਾਲਾ ਬੰਦਾ ਜਿਹੜਾ ਹੈ ਉਹਦਾ ਤੇ ਮਤਲਬ ਗਾਲਾਂ ਹੀ ਹੁੰਦਾ ਹੈ ਨਾ, ਵਰਨਾ ਕੋਈ ਗਾਲਾਂ ਕੱਢਣ ਦਾ ਜਵਾਜ਼ ਤੇ ਨਹੀਂ ਹੈ ਨਾ ਕਿ ਕੋਈ ਆਦਮੀ ਗਾਲਾਂ ਕੱਢੇ। ਤੇ ਉਹ ਜਿਹੜੀਆਂ ਗੱਲਾਂ ਉਹ ਕਰ ਰਿਹਾ ਆ ਉਹ ਸਿਰਫ ਤਜ਼ੀਕ ਦੀਆਂ ਤੇ ਤਮਸਖਰ ਦੀਆਂ, ਉਹਦੇ 'ਚ ਕੋਈ ਇਲਮ ਵਾਲੀ ਗੱਲ ਕੋਈ ਨਹੀਂ। ਬਜ਼ਾਹਿਰ ਉਹਨੂੰ ਇਹ ਸ਼ੌਕ ਜ਼ਰੂਰ ਹੈ ਵੀ ਮੈਂ ਪੜ੍ਹਿਆ ਲਿਖਿਆ ਸਮਝਿਆ ਜਾ, ਔਰ ਮੈਂ ਸਮਝਿਆ ਜਾ ਕਿ ਮੈਂ ਬੜੀ ਖੂਬਸੂਰਤ ਗੱਲ ਕਰਨਾ, ਲੇਕਿਨ ਇੱਕ ਗੱਲ ਪੁੱਛਣਾ ਚਾਹਨਾ। ਜੀ
ਮੈਨੂੰ ਜੋ ਸਮਝ ਲੱਗੀ ਹੈ ਕਿ ਉਸ ਜਿਹੜੇ ਅਲਾਮਾ ਸਾਹਿਬ ਆਏ ਸਨ ਅਮਰਨਜੀਤ ਸਾਹਿਬ ਉਹ ਬਤਾ ਗਏ ਨੇ ਜੀ ਕਿ ਜਿਹੜੇ ਮੁਹੰਮਦ ਹੁਸੈਨ ਬਟਾਲਵੀ ਸਾਹਿਬ ਸਨ ਉਹਨਾਂ ਨੇ ਕੋਈ ਲਾਇਸੈਂਸ ਬਣਵਾਉਣ ਦੀ ਕੋਸ਼ਿਸ਼ ਕੀਤੀ ਕੋਈ ਰਾਈਫਲ ਜਾਂ ਕੋਈ ਪਿਸਤੌਲ ਦਾ ਯਾ ਇਹ ਦੱਸੀ ਉਹਨਾਂ ਨੇ ਚੀਜ਼ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਸੱਦਿਆ ਗਿਆ ਸੀ ਜਾਂ ਫਿਰ ਉਹਨਾਂ ਨੇ ਮਿਰਜ਼ਾ ਸਾਹਿਬ ਦੇ ਉੱਤੇ ਕੋਈ ਮਤਲਬ ਮੁਕੱਦਮਾ ਕੀਤਾ ਜਾਂ ਕੇਸ ਕੀਤਾ ਹੈ ਜਾਂ ਕੀ ਵਜ੍ਹਾ ਉਹਨਾਂ ਨੇ ਥਾਣੇ ਵਿੱਚ ਅਪਲਾਈ ਕੀਤਾ ਨਾ ਪਿਸਟਲ ਦਾ ਜਾਂ ਬੰਦੂਕ ਦਾ ਲਾਇਸੈਂਸ ਲੈਣ ਵਾਸਤੇ ਜੀ ਜੀ ਤੇ ਉਹਨਾਂ ਥਾਣੇਦਾਰ ਨੇ ਕਿਹਾ ਵੀ ਮੌਲਵੀ ਸਾਹਿਬ ਤੁਹਾਨੂੰ ਕੀ ਜ਼ਰੂਰਤ ਹੈ ਤੁਸੀਂ ਮੌਲਵੀ ਸਾਹਿਬ ਹੋ ਤੁਸੀਂ ਪਿਸਤੌਲਾਂ ਦੇ ਲਾਇਸੈਂਸ ਲੈਂਦੇ ਫਿਰਦੇ ਹੋ ਇਹਦਾ ਕੀ ਤਲਕ ਹੈ ਇਸ ਗੱਲ ਨਾਲ ਜੀ। ਉਹਨੇ ਕਿਹਾ ਬਈ ਮੇਰੇ ਮੁਤਲਕ ਜਿਹੜੀਆਂ ਨਾ ਪੇਸ਼ਗੋਈਆਂ ਹੋਈਆਂ ਨੇ ਵੀ ਤੂੰ ਮਾਰਿਆ ਜਾਏਗਾ ਜਾਂ ਤੈਨੂੰ ਜ਼ਿਲਤ ਦੀ ਮਾਰ ਪਹੁੰਚੇਗੀ ਇਸ ਕਰਕੇ ਮੈਂ ਬਣਵਾਉਣਾ ਆਪਣੀ ਹਿਫਾਜ਼ਤ ਵਾਸਤੇ ਤੇ ਉਹਨੇ ਫਿਰ ਉਹ ਕੇਸ ਭੇਜ ਦਿੱਤਾ ਅੱਗੇ ਡੀਸੀ ਨੂੰ ਬਈ ਇਹ ਮਸਲਾ ਹੈ ਤੇ ਤੁਸੀਂ ਇਹਦੇ ਚ ਇੰਟਰਵੀਨ ਕਰੋ ਡੀਸੀ ਇੰਟਰਵੀਨ ਕਰੇ ਤਾਂ ਕਿ ਕੋਈ ਮਸਲਾ ਠੀਕ ਹੋ ਡੀਸੀ ਨੇ ਫਿਰ ਪੁੱਛੀ ਇਹ ਗੱਲ ਤੇ ਉਹ ਡੀਸੀ ਨੇ ਫਿਰ ਉਹਨਾਂ ਮਿਰਜ਼ਾ ਸਾਹਿਬ ਨੂੰ ਬੁਲਾ ਕੇ ਕਿਹਾ ਵੀ ਤੁਸੀਂ ਇਸ ਕਿਸਮ ਦੀਆਂ ਪੇਸ਼ਗੋਈਆਂ ਨਾ ਕਰੋ ਮਾਰਨ ਵਾਲੀਆਂ ਇਹ ਗੱਲ ਹੈ ਕਿ ਬੰਦਿਆਂ ਨੂੰ ਖਤਰਾ ਪੈ ਗਿਆ ਕਿ ਤੁਸੀਂ ਪੇਸ਼ਗੋਈਆਂ ਛੱਡ ਦਿਓ ਕਰਨੀਆਂ ਜੀ ਬਿਲਕੁਲ ਹਾਂਜੀ ਤੇ ਫਿਰ ਜੱਜਾ ਭਾਈ ਇੱਕ ਮਿੰਟ ਹੁਸੈਨੀ ਭਾਈ ਫਿਰ ਇੱਕ ਮਿੰਟ ਭਾਈ ਸਾਹਿਬ ਨੇ ਕੀ ਕਿਹਾ ਮੈਂ ਇੱਕ ਮਿੰਟ ਯਾਰ ਕਰਾਂਗਾ ਕਿ ਨਹੀਂ ਮਿਰਜ਼ਾ ਸਾਹਿਬ ਨੇ ਫਿਰ ਉੱਥੇ ਕੀ ਸਟੇਟਮੈਂਟ ਰਿਕਾਰਡ ਕਰਵਾਇਆ ਜੀ ਹਾਂਜੀ ਬਤਾ ਇਹ ਸਟੇਟਮੈਂਟ ਕਾਹਦੀ ਰਿਕਾਰਡ ਕਰਾਣੀ ਉਹ ਤੇ ਮਤਲਬ ਗਵਰਨਮੈਂਟ ਦੀ ਹਦਾਇਤ ਹੈ ਵੀ ਤੁਸੀਂ ਇਹੋ ਜੀ ਕਿਸੇ ਦੇ ਮਰਨ ਦੇ ਮੁਤਲਕ ਪਈ ਕੋਈ ਨਾ ਕਰੋ ਤੇ ਉਹਨਾਂ ਕਿ ਠੀਕ ਹੈ ਲੇਕਿਨ ਹੁਸੈਨ ਸਾਹਿਬ ਇਹ ਦੇਖੋ ਕਿ ਜਿਨ੍ਹਾਂ ਦੇ ਬਾਰੇ ਪੇਸ਼ਗੋਈ ਸੀ ਉਹਨਾਂ ਨੂੰ ਡਰ ਕਿੰਨਾ ਸੀ ਕਿ ਇਹ ਅਸੀਂ ਪਿਸਤੌਲ ਬਣਵਾ ਲਈਏ ਤੇ ਹੋ ਸਕਦਾ ਕਿ ਮਿਰਜ਼ਾ ਸਾਹਿਬ ਸਾਨੂੰ ਪਿਸਤੌਲ ਨਾਲ ਮਾਰਨ ਵਾਸਤੇ ਆ ਰਹੇ ਨੇ ਕਿੱਡਾ ਵੱਡਾ ਡਰ ਹੀ ਉਹਨਾਂ ਦੇ ਦਿਲ ਦੇ ਵਿੱਚ ਬਹਿ ਗਿਆ ਇਹ ਹੁੰਦਾ ਬਈ ਖੁਦਾ ਦੇ ਬੰਦਿਆਂ ਦੀ ਇਹ ਗੱਲ ਹੁੰਦੀ ਹੈ ਕਿ ਉਹਨਾਂ ਦਾ ਜਿਹੜੀ ਗੱਲ ਹੁੰਦੀ ਹੈ ਉਹਦਾ ਇੱਕ ਖੌਫ ਇਨਸਾਨ ਦੇ ਦਿਲ ਦੇ ਵਿੱਚ ਤਾਰੀ ਹੋ ਜਾਂਦਾ ਹੈ ਅਗਰ ਖੌਫ ਨਾ ਤਾਰੀ ਹੁੰਦਾ ਉਹਨਾਂ ਨੂੰ ਕੀ ਲੋੜ ਸੀ ਪਿਸਤੌਲ ਮਿਰਜ਼ਾ ਸਾਹਿਬ ਨੇ ਕਦੀ ਇਹ ਕਿਤੇ ਪਹਿਲੇ ਜੱਜਾ ਭਾਈ ਇੱਕ ਮਿੰਟ ਮੇਰੀ ਬਾਤ ਸੁਣੇ ਯਾਰ ਪਹਿਲੇ ਬੋਲੇ ਨਾ ਦਰਮਿਆਨ ਕਿਤੇ ਪਹਿਲੋਂ ਜੋ ਵੀ ਪੇਸ਼ਗੋਈਆਂ ਹੋਈਆਂ ਮਿਰਜ਼ਾ ਸਾਹਿਬ ਨੇ ਕਿਸੇ ਨੂੰ ਪਿਸਤੌਲ ਦੇ ਨਾਲ ਜਾ ਕੇ ਮਾਰਿਆ ਕਿਤੇ ਸਾਬਤ ਹੋਇਆ ਕਾਨੂੰਨ ਦੇ ਵਿੱਚ ਕਦੀ ਵੀ ਨਹੀਂ ਸਾਬਤ ਹੋਇਆ ਹੈ ਲੇਕਿਨ ਇੱਕ ਬੰਦੇ ਦੇ ਬਾਰੇ ਪੇਸ਼ਗੋਈ ਹੋ ਗਈ ਤੇ ਉਹ ਯਾਨੀ ਇਹ ਵੀ ਅੱਲਾਹ ਤਾਲਾ ਉਹਨਾਂ ਨੂੰ ਵੀ ਇਸ ਗੱਲੋਂ ਹੀ ਜਿਹੜਾ ਉਹ ਉਸ ਵਕਤ ਦੇ ਦਰਮਿਆਨ ਜਿਹੜਾ ਉਹ ਬਚਾ ਲੈਂਦਾ ਹੈ ਕਿਉਂਕਿ ਉਸ ਟਾਈਮ ਉਹ ਇਸ ਤਰ੍ਹਾਂ ਦੀ ਉਹਨਾਂ ਨੂੰ ਖੌਫ ਦਿਲ ਦੇ ਵਿੱਚ ਤਾਰੀ ਹੋ ਗਿਆ ਇਸ ਤਰ੍ਹਾਂ ਦਾ ਦਿਲ ਦੇ ਵਿੱਚ ਡਰ ਗਏ ਕਿ ਬਈ ਅਸੀਂ ਹੁਣ ਹੋਰ ਤੇ ਕੁਝ ਨਹੀਂ ਬਚਿਆ ਹੈ ਪ੍ਰੋਪਗੈਂਡਾ ਕਰੋ ਕਿ ਲਾਇਸੈਂਸ ਬਣਵਾਓ ਆਪਣਾ ਤੇ ਗਵਰਨਮੈਂਟ ਜੇ ਅਗਰ ਪੁੱਛੇਗੀ ਤੇ ਫਿਰ ਤੁਸੀਂ ਦੱਸੋ ਕਿ ਮਿਰਜ਼ਾ ਸਾਹਿਬ ਜਿਹੜੇ ਨੇ ਇੰਜ ਸਾਨੂੰ ਆਂਦੇ ਨੇ ਤੇ ਤਾਂ ਅਸੀਂ ਪਿਸਤੌਲ ਬਣਵਾ ਰਹੇ ਹਾਂ ਕਿਉਂਕਿ ਮਿਰਜ਼ਾ ਸਾਹਿਬ ਪਿਸਤੌਲ ਦੇ ਨਾਲ ਦੁਨੀਆ ਨੂੰ ਮਾਰਨ ਦਿੰਦੇ ਨੇ ਮਿਰਜ਼ਾ ਸਾਹਿਬ ਦੇ ਕੋਲ ਕੋਈ ਵੀ ਲਾਇਸੈਂਸ ਨਹੀਂ ਪਿਸਤੌਲ ਦਾ ਕੁਝ ਵੀ ਨਹੀਂ ਦਿਓ ਗੱਲ ਕਰ ਸਕਦੇ ਜਨਰਲ ਗੱਲ ਕਰ ਰਹੇ ਹੋ ਅਸੀਂ ਕਰ ਸਕਦੇ ਕਰੋ ਮੈਂ ਇਹ ਅਰਜ਼ ਕਰ ਰਿਹਾ ਵੀ ਉਹ ਮੌਲਵੀ ਸਾਹਿਬ ਤੇ ਗਏ ਉਹਨਾਂ ਨੇ ਦਰਖਾਸਤ ਦਿੱਤੀ ਤੇ ਡੀਸੀ ਨੇ ਬੁਲਾਇਆ ਵੀ ਯਾਰ ਤੈਨੂੰ ਕੀ ਲੋੜ ਹੈ ਤੁਸੀਂ ਕਿ ਮਿਰਜ਼ਾ ਸਾਹਿਬ ਪੇਸ਼ਗੋਈਆਂ ਕਰਦੇ ਫਿਰਦੇ ਨੇ ਤੇ ਡੀਸੀ ਸਾਹਿਬ ਨੇ ਮਿਰਜ਼ਾ ਸਾਹਿਬ ਨੂੰ ਬੁਲਾਇਆ ਕਿ ਇਹ ਤੁਸੀਂ ਕੀ ਕਰਦੇ ਹੋ ਤੁਸੀਂ ਹੁਣ ਆਇੰਦਾ ਅਸੀਂ ਨਹੀਂ ਕਰਾਂਗੇ ਉਹਨਾਂ ਨੇ ਆਖਿਆ ਕਿ ਠੀਕ ਹੈ ਆਇੰਦਾ ਅਸੀਂ ਨਹੀਂ ਕਰਾਂਗੇ ਪਤਾ ਚੱਲ ਗਿਆ ਨਾ ਕਿ ਜਿਹੜੇ ਸਾਡੇ ਦੀਨੀ ਔਰ ਜੋ ਰੂਹਾਨੀ ਮਾਮਲਾਤ ਨੇ ਜਿਹੜੀ ਤਾਲੀਮ ਹੈ ਸਾਡੀ ਉਹਦੇ ਜੋ ਦੁਸ਼ਮਣ ਨੇ ਉਹਨਾਂ ਦਾ ਡਰ ਇੰਨਾ ਹੈ ਕਿ ਉਹ ਡੀਸੀ ਦੇ ਕੋਲ ਜਾ ਪਹੁੰਚੇ ਨੇ ਨਹੀਂ ਠੀਕ ਹੋ ਗਿਆ ਲੇਕਿਨ ਅਸੀਂ ਮਰਨਾ ਚਾਹੀਏ ਇੱਕ ਮਿੰਟ ਗੱਲ ਸੁਣੋ ਨਾ ਹੁਣ ਨਹੀਂ ਇੱਕ ਮਿੰਟ ਮੂੰਹ ਬੰਦ ਕਰ ਰੱਖ ਕੇ ਗੱਲ ਵੀ ਸੁਣ ਲਓ ਅਗਲੇ ਦੀ ਜਦੋਂ ਉਹ ਡਰ ਕੇ ਕਿਤੇ ਡੀਸੀ ਦੇ ਕੋਲ ਜਾ ਪਹੁੰਚੇ ਤੇ ਮਿਰਜ਼ਾ ਸਾਹਿਬ ਨੇ ਆਖਿਆ ਕਿ ਠੀਕ ਹੈ ਬਈ ਅਸੀਂ ਨਹੀਂ ਕਰਾਂਗੇ ਇਹਨਾਂ ਦੇ ਬਾਰੇ ਪੇਸ਼ਗੋਈਆਂ ਕੋਈ ਮਸਲਾ ਨਹੀਂ ਲੇਕਿਨ ਜੋ ਪੇਸ਼ਗੋਈ ਹੈ ਉਹ ਜਿਹੜੇ ਲੋਕ ਨੇ ਡੀਸੀ ਤੇ ਜਿਹੜਾ ਉਹ ਤਾਂ ਕੌਣ ਹੈ ਡੀਸੀ ਨੂੰ ਕੀ ਪਤਾ ਹੈ ਡੀਸੀ ਤੇ ਆਪਣਾ ਮੁਕੱਦਮਾ ਉਸਨੇ ਵੇਖਣਾ ਉਹਨੇ ਉਹ ਹੱਲ ਕਰਨਾ ਵੇ ਤੇ ਜਿਹੜੇ ਮੁਕਾਬਲ ਦੇ ਉੱਤੇ ਮਿਰਜ਼ਾ ਸਾਹਿਬ ਦੇ ਮੁਕਾਬਲ ਦੇ ਉੱਤੇ ਜਿਹੜੇ ਲੋਕ ਉੱਠੇ ਨੇ ਉਹਨਾਂ ਦੇ ਬਾਰੇ ਜੋ ਪੇਸ਼ਗੋਈ ਸੀ ਉਹਨਾਂ ਦਾ ਤੁਸੀਂ ਡਰ ਵੇਖੋ ਦਿਲ ਦੇ ਵਿੱਚ ਕਿ ਰਾਈਫਲਾਂ ਬਣਵਾਉਣ ਲੱਗ ਪਏ ਬਿਲਕੁਲ ਠੀਕ ਹੈ ਭਾਜਨ ਗੱਲ ਤੁਹਾਡੀ ਤੈਅ ਹੋ ਗਈ ਵੀ ਉਹਨਾਂ ਦਾ ਡਰ ਆ ਗਿਆ ਫਿਰ ਡੀਸੀ ਸਾਹਿਬ ਨੇ ਮਿਰਜ਼ਾ ਸਾਹਿਬ ਨੂੰ ਕਿਹਾ ਕਿ ਅੱਜ ਤੋਂ ਪਿੱਛੇ ਪੇਸ਼ਗੋਈ ਨਾ ਕਰੇ ਤੁਸੀਂ ਠੀਕ ਹੈ ਨਹੀਂ ਕਰਾਂਗੇ हुकूमत में जो रहम की ਇਹ ਵੀ ਠੀਕ ਹੋ ਗਿਆ ਨਾ ਜੀ ਜਦੋਂ ਪੇਸ਼ਗੋਈ ਦੇ ਮੁਤਾਬਕ ਲੋਕ ਉੱਠੇ ਨੇ
ਉਸ ਪੇਸ਼ਗੋਈ ਦੇ ਮੁਤਾਬਕ ਜਦੋਂ ਡਰ ਕੇ ਤੇ ਡੀਸੀ ਦੇ ਸਾਹਮਣੇ ਪੇਸ਼ ਹੋ ਗਏ ਨੇ ਤੇ ਫਿਰ ਮੇਰੇ ਸਾਹਿਬ ਨੂੰ ਪਤਾ ਚੱਲ ਗਿਆ ਕਿ ਇਹ ਅਸਲ ਹਕੀਕਤ ਦੇ ਵਿੱਚ ਤੇ ਮੈਨੂੰ ਇਹ ਮੰਨਦੇ ਨੇ, ਮੇਰੀ ਸੱਚਾਈ ਨੂੰ ਇਹ ਮੰਨਦੇ ਨੇ ਕਿ ਜਿਨ੍ਹਾਂ ਦੇ ਬਾਰੇ ਮੇਰੀਆਂ ਪਹਿਲੋਂ ਪੇਸ਼ਗੋਈਆਂ ਹੋਈਆਂ ਨੇ ਉਹ ਸੱਚੀਆਂ ਹੋ ਗਈਆਂ ਨੇ ਤੇ ਹੁਣ ਇਹਨਾਂ ਨੂੰ ਡਰ ਪੈ ਗਿਆ ਤੇ ਡੀਸੀ ਦੇ ਕੋਲ ਜਾ ਪਹੁੰਚੇ ਨੇ। ਤੇ ਠੀਕ ਹੈ, ਅਗਰ ਡੀਸੀ ਦਾ ਹੁਕਮ ਹੈ, ਗਵਰਨਮੈਂਟ ਦਾ ਹੁਕਮ ਹੈ, ਤਾਂ ਉਹਨਾਂ ਨੇ ਆਖਿਆ ਕਿ ਠੀਕ ਹੈ ਮੈਂ ਨਹੀਂ ਕਰਾਂਗਾ। ਬਾਕੀ ਇਹਨਾਂ ਦੇ ਉੱਤੇ ਤੇ ਸੱਚਾਈ ਜਿਹੜੀ ਹੈ ਉਹ ਹੱਕ ਤੇ ਵਾਜ਼ੇ ਹੋ ਗਿਆ ਨਾ, ਹੱਕ ਆ ਗਿਆ, ਬਾਤਲ ਭਾਗ ਗਿਆ। ਗੱਲ ਤੁਹਾਡੀ ਠੀਕ ਹੈ, ਬਹੁਤ ਵੱਡੀ ਗੱਲ ਹੈ ਕਿ ਡੀਸੀ ਸਾਹਿਬ ਹੁਕਮ ਦੇਵੇ ਕਿ ਦੋਵਾਂ ਪਾਰਟੀਆਂ ਨੇ ਹੁਣ ਪੇਸ਼ਗੋਈ ਨਹੀਂ ਕਰਨਾ, ਤੁਸੀਂ ਪਿਸਤੌਲ ਨਾ ਲਓ, ਤੁਸੀਂ ਪੇਸ਼ਗੋਈ ਨਾ ਕਰੋ, ਦੋਵਾਂ ਘਰ ਆਰਾਮ ਨਾਲ ਬਵੋ, ਇਹ ਠੀਕ ਹੈ। ਅੱਛਾ, ਕਿੰਨੀ ਵਾਰੀ ਰਿਪੀਟ ਕਰਨਾ ਹੁਣ ਆਨਸਰ? ਬਸ ਨਹੀਂ, ਤੁਸੀਂ ਰਿਪੀਟ ਕਰੋਗੇ ਤਾਂ ਰਿਪੀਟ ਕਰਾਂਗਾ, ਕਰੀ ਜਾਣੀ ਪਤਾ ਨਹੀਂ, ਤੁਸੀਂ ਰਿਪੀਟ ਕਰੋਗੇ ਥਰੋ ਸਿਕਰ ਬਾਈ ਤੇ ਤੀਸਰੀ ਚੌਥੀ ਪੰਜਵੀਂ ਦਫਾ ਰਿਪੀਟ ਹੋ ਰਹੀ ਹੈ ਗੱਲ। ਅਗਰ ਰਿਪੀਟ ਹੋ ਰਹੀ ਤੇ ਕੋਈ ਮਸਲਾ ਹੈ ਇਸ ਚ? ਜਿਤਨਾ ਮਰਜ਼ੀ ਉਹ ਹੈ ਰਿਪੀਟ ਕਰਤੇ। ਅਗਰ ਡੀਸੀ ਸਾਹਿਬ ਕਹੇ ਮਿਰਜ਼ਾ ਸਾਹਿਬ ਨੂੰ ਕਿ ਭਾਈ ਹੁਣ ਪੇਸ਼ਗੋਈ ਨਾ ਕਰੀ ਤੁਸੀਂ ਅਗਰ ਠੀਕ ਹੈ ਨਹੀਂ ਕਰਾਂਗਾ ਤਾਂ ਠੀਕ ਉਹਨਾਂ ਨੇ ਹੈ। ਆਖਿਆ ਠੀਕ ਹੈ, ਛੱਤੀ ਵਾਰੀ ਰਿਪੀਟ ਹੋ ਰਹੀ ਗੱਲ। ਜਿਹੜੇ ਸਾਹਮਣੇ ਸਨ ਉਹਨਾਂ ਦੇ ਤਮਾਮ ਹੋ ਗਈ ਜੀ, ਜਦੋਂ ਹੁਜਤ ਤਮਾਮ ਹੋ ਗਈ ਤੇ ਬਸ ਠੀਕ, ਉਹਨਾਂ ਨੇ ਕਹਿ ਦਿੱਤਾ ਹੁਜਤ ਤਮਾਮ ਹੋ ਗਈ, ਡੀਸੀ ਸਾਹਿਬ ਨੇ ਹੁਜਤ ਤਮਾਮ ਕਰ ਦਿੱਤੀ, ਠੀਕ ਹੈ, ਹੁਜਤ ਤਮਾਮ ਹੋ ਗਈ ਨਾ, ਉਹ ਘਬਰਾ ਗਏ, डर गए, ਡੀसी साहब ने किया कि उनके साथ पेशगोई ना करिए, पिस्तौलों के लाइसेंस बनवाने लगे। ऐसे समझे कि मिर्जा साहब जो है वो लोगों को कत्ल करते हैं। मिर्जा साहब के बाहर कोई लाइसेंस नहीं है, कोई उनके पास राइफल नहीं है, कोई बंदूक नहीं है, और कहते हैं कि मिर्जा साहब जो है लोगों को कत्ल करते हैं, इसलिए हम जो है वो लाइसेंस बनवा रहे हैं कि शायद हमें कत्ल ना कर दें, हम अपनी हिफाजत के लिए बनवा रहे हैं। ਯਾਰ ਸ਼ਰਮਿੰਦਗੀ ਦੀ ਬਾਤ ਨਹੀਂ। ਇਸੇ ਗੱਲ ਨੂੰ ਅਗਰ ਅਸੀਂ ਆਇੰਦਾ ਪੌਣਾ ਘੰਟਾ ਵੀ ਕੋਚਦੇ ਰਹੀਏ ਤੇ ਇਹਦੇ ਚੋਂ ਕੀ ਨਿਕਲਣਾ, ਇਹ ਤੇ ਜਿਤਨੀ ਗੱਲ ਹੀ ਹੋ ਗਈ। ਹੁਣ ਗੱਲ ਇਹ ਹੈ ਕਿ ਜਿਹੜੇ ਲੋਕ ਖਤਮੇ ਨਬੂਵਤ ਔਰ ਅਜਰਾਏ ਨਬੂਵਤ ਦੀ ਦੋ ਕਿਸਮ ਦੇ ਬੰਦੇ ਮਿਲਦੇ ਨੇ। ਇੱਕ ਦੂਸਰੇ ਤੇ ਇਲਜ਼ਾਮ ਲਗਾਉਂਦੇ ਨੇ ਵੀ ਤੁਸੀਂ ਖਤਮੇ ਨਬੂਵਤ ਨਹੀਂ ਮੰਨਦੇ, ਉਹ ਕਹਿੰਦੇ ਨੇ ਤੁਸੀਂ ਖਤਮੇ ਨਬੂਵਤ ਨਹੀਂ ਮੰਨਦੇ, ਉਹ ਕਹਿੰਦੇ ਨੇ ਤੁਸੀਂ ਅਜਰਾਏ ਨਬੂਵਤ ਕਰਦੇ ਹੋ, ਉਹ ਕਹਿੰਦੇ ਨੇ ਤੁਸੀਂ ਅਜਰਾਏ ਨਬੂਵਤ ਕਰਦੇ ਹੋ। ਚੀਜ਼ ਇਹ ਹੈ ਕਿ ਜਿਹੜਾ ਬੰਦਾ ਵੀ ਕਿਸੇ ਵੀ ਹਵਾਲੇ ਦੇ ਨਾਲ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਅਦ ਕਿਸੇ ਨਬੀ ਨੂੰ ਲੈ ਆਉਂਦਾ ਹੈ, ਉਹ ਖਤਮੇ ਨਬੂਵਤ ਨੂੰ ਮੰਨਣ ਵਾਲਾ ਸ਼ੁਮਾਰ ਹੋਏਗਾ ਜਾਂ ਖਤਮੇ ਨਬੂਵਤ ਨੂੰ ਨਾ ਮੰਨਣ ਵਾਲਾ ਸ਼ੁਮਾਰ ਹੋਏਗਾ? ਨਾ ਮੰਨਣ ਵਾਲਾ। ਇਤਨੀ ਗੱਲ ਹੈ, ਇਹ ਮਸਲਾ ਨਾ ਮੰਨਣ ਵਾਲਾ। ਹਾਂ, ਇਸ ਗੱਲ ਨੂੰ ਪੁਆ ਕੇ ਬਚ ਕੇ ਇੱਕ ਦੂਸਰੇ ਨੂੰ ਤੁਸੀਂ ਨਹੀਂ ਮੰਨਦੇ, ਉਹ ਕਹਿੰਦਾ ਤੁਸੀਂ ਨਹੀਂ ਮੰਨਦੇ, ਉਹ ਦੋਏ ਨਹੀਂ ਮੰਨਦੇ। ना बनने वाला होगा। एक मिनट तुलसी भाई, हजरत ईसा अलैहिस्सलाम का आना माना जाए तो ना मानने वाले खत्म नबूवत तो ना रही, ये एक मतलब हो गया। दूसरा मतलब यह है कि हजरत मसीह मौद मिर्जा गुलाम अहमद अलैहिस्सलाम जो हैं उनको जो है वो माना जाए रसूलुल्लाह सल्लल्लाहु अलैहि वसल्लम के बाद, तो फिर भी खत्म नबूवत ना रही। यही मैं कह रही हूँ, यही है ना मुतालबा, तो यही रखा जाता है। अब इसके ऊपर किसी ने अगर बात करनी है तो वो बात कर ले। इस पे मेरा एक सवाल है हसानी साहब से कि हजूर सल्लल्लाहु अलैहि वसल्लम की नबूवत क़यामत तक कायम है? हुसैनी साहब से क्या सवाल करना है? जो देखिए एक मिनट ना, ये मसला हल होता है ना अभी। हैं जी हुसैनी साहब, हजूर सल्लल्लाहु अलैहि वसल्लम की नबूवत क़यामत तक कायम है? अगर कुरान शरीफ में ऐसा लिखा हुआ है तो ऐसे ही होगा। आपका कीदा क्या है कायम क़यामत तक के नहीं? मेरा कीदा वही जो कुरान शरीफ में कोई आयत पढ़ के जिसका ये मतलब होगा तो ठीक होगा। हमारा जो मिशन है, ऐसी कोई आयत नहीं है। हमारे जो अकायद है वो कुरान शरीफ है, जो कुरान शरीफ में लिखा ठीक है ना, तो आप बता देना फिर हुसैनी साहब कि फिर आपका बताया तो है ये आप बता तो रहे हैं कि कुरान शरीफ में नहीं है तो हमारा भी नहीं है, यही जवाब है उनका। बताएं। नहीं, वो कहते हैं अगर कुरान करीम में नहीं है तो मेरा भी नहीं है, यही तो जवाब है। अच्छा, आप कहते हैं कि हजूर सल्लल्लाहु अलैहि वसल्लम की नबूवत क़यामत तक कायम नहीं है, ये आप कह रहे हैं? मैंने तो देखे ना, मेरा कहना जो है कि मैं ये कहता हूँ और मैं ये नहीं कहता, मैं सिर्फ वो बात मानता हूँ जो कुरान शरीफ में। अगर कुरान शरीफ में ऐसे लिखा है तो ठीक है, अगर नहीं लिखा तो नहीं। मुझे याद है कि कासिम नोतवी साहब की एक ना सेंटेंस पे इन्होंने कहा था, हुसैनी साहब ने, बाद ज़माना नबवी, कहते हैं ये गुस्ताखाना बात है, क्योंकि नबूवत बाद ज़माना नबवी कहना गलत है। जैसे साफ पता चल रहा था कि ये इसको हजूर सल्लल्लाहु अलैहि वसल्लम की नबूवत क़यामत तक मानते हैं, तो अब बहरहाल पता नहीं क्यों नहीं बता रहे ये। नहीं तो ठीक है, वो ये नहीं कह रहे, वो ये कह रहे हैं अगर तो कुरान करीम में लिखा है कि वो क़यामत तक तो मान लेता हूं, नहीं लिखा तो नहीं।
अब देखिए क्या कुरान करीम के अंदर नहीं लिखा ना, कुरान करीम में नबी करीम सल्लल्लाहु अलैहि वसल्लम क़यामत तक नबी लिखा ही नहीं है। हाँ, असल में बात ये है कि ये पहले जो बात बताई थी ना, मैंने जैसे आपको बताया कि बाद ज़माना नबवी, ये कहना भाई आप नहीं समझ रहे हैं। देखिए मेरी बात सुने, कुरान करीम में लिखा है कि अल्लाह ताला की रस्सी को मजबूती से थामे रखो। हाँ, कुरान करीम में लिखा है। ये तो नहीं लिखा ना कि कुरान करीम में अल्लाह ताला के कुरान करीम को मजबूती से थामे रखो, हाँ, ये नहीं लिखा, तो वो नहीं मानते ये कि कुरान को मजबूती से अच्छा, थामे। वो लिखा है वो अल्लाह तो की रस्सी को मजबूती से थामे। वो भी जो लिखा है वो थोड़े से मानना है बस उन्होंने। हुसैनी साहब थोड़ा सा मैं हाँ जी। ਚਾਹਤੇ ਹਾਂ ਕਿ ਜਿਹੜਾ ਖਤਮ ਨਬੂਵਤ ਹੈ ਅਸੀਂ ਉਹਦੇ ਤੇ ਗੱਲ ਕਰ ਰਹੇ, ਪਤਾ ਨਹੀਂ ਹੁਣ ਇਹ ਗੱਲ ਕਿੱਧਰੋਂ ਆ ਗਈ। ਗੱਲ ਇਹ ਕਰ ਰਹੇ ਹਾਂ ਕਿ ਖਤਮ ਨਬੂਵਤ ਦੇ ਬਾਅਦ ਜਿਹੜਾ ਦਾਵਾ ਕਰਦਾ ਹੈ, ਜਿਹੜਾ ਫਰੀਕ ਵੀ ਇਹ ਦਾਵਾ ਕਰਦਾ ਹੈ ਕਿ ਅਸੀਂ ਖਤਮ ਨਬੂਵਤ ਨੂੰ ਮੰਨਦੇ ਹਾਂ, ਵਲਾਕਿਨ ਰਸੂਲੁल्लाह व ਖਾਤਮ ਨਬੀਨ ਦਾ ਮਤਲਬ ਇਹ ਮੰਨਦੇ ਆ ਕਿ ਰਸੂਲਾਂ ਦੇ ਬਾਅਦ ਕੋਈ ਨਬੀ ਨਹੀਂ, ਜਾਂ ਉਹਦੀ ਜਿਹੜੀ ਤਸ਼ਰੀਹ ਹੈ ਨਾ ਖਾਤਮ ਨਬੀਨ ਲਾ ਨਬੀ ਬਾਦੀ ਨੂੰ ਵੀ ਮੰਨਦੇ ਆ ਕਿ ਉਹਦੇ ਬਾਅਦ ਨਬੀ ਨਹੀਂ, ਤੇ ਉਹ ਕਿਸੇ ਵੀ ਸ਼ਕਲ ਵਿੱਚ ਅਗਰ ਨਬੀ ਲੈ ਕੇ ਆਉਂਦਾ तो खत्म नबूवत का मुनकर है। ਇਹ ਮੈਂ ਕਹਿ इस पे एक सैनी साहब एक बात ये है कि अगर हजूर सल्लल्लाहु अलैहि वसल्लम की नबूवत क़यामत तक कायम है तो फिर बकुल्ली ख़त्म नबूवत कैसे हो गई, ये भी तो सोचे ना। हजूर देखे मैंने बात क्या कही और वही बात है हम यही कह रहे हैं, वो बात हम यही कह रहे हैं कि हजूर सल्लल्लाहु अलैहि वसल्लम की नबूवत क़यामत तक कायम है, उनका जो फैज़ नबूवत है ना उनकी वो नबूवत क़यामत तक के लिए कायम है। उनके बाद कोई नबी आ सकता है? हजूर सल्लल्लाहु अलैहि वसल्लम के फैज़ के नीचे आएगा ना, इसलिए उनके मुखालिफ अगर फैज के भाईजान उनके बाद हजरत रसूलुल्लाह सल्लल्लाहु अलैहि वसल्लम के बाद उनके सिवा कोई नबी नहीं है, बस वही। ये बात कहो तो फिर तो खत्म नबूवत ठीक है। ना नया नबी आ बाद सकता है ना किसी भी रंग पुराना। में किसी और ना को नबी नया आप ना बना- पुराना, लेकिन एक इम्पोर्टेंट पॉइंट है ना यहाँ पे, वो ये है कि अगर आप हजूर अच्छा सल्लल्लाहु मतलब ना अलैहि नया ना पुराना भी है, और फिर एक और इम्पोर्टेंट पॉइंट भी दरमियान में है। यही फिक्र भाई आपको जजा एक भाई बात एक बात मिनट ना, मैं बता एक देता हूँ। एक मिनट मैं सिर्फ ये कह रहा हूँ कि हजूर सल्लल्लाहु अलैहि वसल्लम की नबूवत क़यामत तक कायम है, तो बकल्ली खत्म नबूवत कैसे हो गई। खत्म नबूवत का तो मतलब है कि नबूवत का यार भाई तो सीधा लफ्ज कहो ना कि खत्म नबूवत नहीं है, ये कहो। आप बताएं ना, आप बताएं कि अगर मैं- हजूर सल्लल्लाहु ये अलैहि भी वसल्लम आप की नबूवत बताएं, वो क़यामत भी आओ, फिर मैं खुद ही बता लूंगा। फिर आप क्या करते हैं, आप समझ रहे हैं, फिर मुझे बता भाई सीधा कह दो कि हजरत हाँ, तो मसीह बता देना, मौद ये अलैहिस्सलाम ने सिंपल खत्म सी बात नबूवत है, ये बड़ी बता वाज़ेह दें। तौर पर अपनी कुतुब ट्रुथ में सीकर बताई है। खत्म नबूवत का मुनकर है, वो ये कहना चाहता है। यार एक मिनट ताजदार खत्म नबूवत जो जिंदाबाद हजरत जिंदाबाद। मसीह मौद अलैहिस्सलाम ने खत्म नबूवत बताई है, वो अपनी किताबों में उन्होंने वाज़ेह तौर पर बहुत बेहतरीन तरीके से बताई हुई है। तो हम उसको जब मद्देनजर नहीं रखेंगे और अपना और बातें करेंगे, अपने फलसफे बयान करेंगे, तो वहां पर बात जो है वो हम कभी भी नतीजे पे नहीं पहुंच मोड़ सकते। पर नहीं। बिल्कुल वो उन्होंने पहुंच यही सकते, बात बिल्कुल। बताई है ना कि हजूर सल्लल्लाहु अलैहि वसल्लम की ही नबूवत तो क़यामत तक कायम है ना। अब उनके हुसैन फैज के भाई- जरिए से ही हुसैन भाई, मैं नबी आएंगे। शेर- मैं असल शेर बात सुनाने ये के लिए आया था। कि हुसैन भाई, मैं अहमदी जो शेर है ना सुनाने वो के लिए आया था। नहीं, ये मुसलमानों के साथ कहें एक ही स्वाय पेज पर मोहम्मद है, रसूलुल्लाह सल्लल्लाहु अलैहि दोनों वसल्लम के एक एक नबी लाना चाहते हैं, या इसलिए नहीं, दोनों ये बात हुसैन भाई, मैं नहीं आपको है, एक उसके से- मुनकर है। मैं आपको एक मिसाल शेर है। सुनाने आया था। अहमदी भी एक मेरा नबी लाना सिंपल सा चाहते हैं सवाल है, मेरा और सिंपल सा गैर सवाल अहमदी भी एक नबी है, लाना चाहते हैं, इसलिए मेरा दोनों सिंपल सा ग्रोह सवाल खत्म है, नबूवत के मुनकर ये वो बात है जिसके ऊपर 100 बातें बनाएंगे, कई किस्म की तावीलें बनाएंगे, तमाशे बनाएंगे। सीधी बात जरूरत नहीं है। सीधी बात यही नहीं आप करते। कर रहे हैं सीधी हुसैनी बात साहब, ये है। यही आप कर रहे हैं ना। सीधी मैं बात यही ये तो है। कह रहा हूँ कि लेकिन हुसैन ये बात साहब, गलत है। आप हुसैनी ऑफेंसिव हम तो साफ कह रहे हैं कोई नहीं आ सकता, ना नया ना हम पुराना। आराम से डिस्कशन हम तो करने की कुछ कर कोशिश ही कर रहे रहे हैं, हैं। और हुसैनी साहब आप ऑफेंसिव हो रहे हैं। सीधी लेकिन सी मैं बात है यही कि ना आपको नया नबी यही आ आपको सकता बता है ना रहा पुराना। हूँ, बात यही खत्म आपको होगी। बता रहा हूँ कि हजूर सल्लल्लाहु अलैहि वसल्लम की जलसा नबूवत सलाना क़यामत की तक कायम तकरीर है, की जरूरत ही नहीं है। तो ना तुम बकुल्ली खत्म सदमे नबूवत ना हुई। हमें देते, ना हम फरियाद ये मैंने एक करते। चीज आपके सामने रख रहा हूँ, इसको आराम तो से भाई ठीक रिस्पेक्टफुली हो गई ना, मान लिया आपकी discuss- बात कि आप खत्म नबूवत को नहीं मानते, बस। जिक्र भाई एक बात को गौर से समझें। एक दलील मैं आपको देता हूँ। मुझे कुरान पता करीम में है लिखा जजा भाई, मुझे पता है, आप बात को समझ नहीं रहे। हुसैन क्या भाई, हुसैन भाई, ये मैं- आगे, मैं- हुसैन भाई, मैं हुसैन भाई, वो हुसैन बात भाई, रख ले रहा ले। हूँ, हुसैन मैं भाई, वो हुसैन बात भाई, रख बास्टिक रहा भाई हूँ। को ले ले प्लीज। कुरान करीम से मैं क्या दलील देने लगा हूँ जो आपको पता है। नहीं, मैं जो बात कर रहा हूँ ना जजा साहब, जो वो मैं बात कुरान मुझे करीम से दलील देने लगा हूँ वो आपको क्या पता है। मुझे खत्म जो नबूवत बात का मैं कर मुनकर रहा है, हूँ, मुसलमान भी मुझे खत्म हक है वो नबूवत का बात मुनकर करने का कि नहीं।
آپ کو حق ہے हाँ لیکن تو آپ بات حسین بھائی bombastic वो بھی जो کرے चीज دیں मैं रख रहा हूँ वो जो चीज मैं रख रहा हूँ उस पे क्यों नहीं आप लोग डिस्कस कर रहे? जो ایک चीज मैं منٹ रख रहा رکھیں हूँ آپ हाँ वो ये آپ है رکھیں کہ حضور صلی اللہ علیہ وآلہ وسلم کی نبوت قیامت تک قائم ہے تو پھر ٹھیک ہے بکلی ختم نبوت کیسے ہو گئی؟ یہ میرا سوال جو ہے. محمد رسول اللہ صلی اللہ علیہ وسلم کی نبوت جو ہے وہ قیامت تک قائم ہے لیکن حضرت مسیح موعود علیہ الصلوۃ والسلام کا جو آنا ہے اس کے اوپر جو ہے بحث اٹھتی ہے کہ وہ سر وہ کہتے ہیں بحث کہ کو وہ اصل میرے بات سوال ہے پہ کہ آئے نا دونوں گروہ احمدی اور غیر احمدی سر میرے دونوں نے سوال ختم پہ نبوت آئے کو کاروبار سر میں بنایا جو ہوا سوال کر رہا ہوں اس پہ آئے نا. یہ غیر تو بات احمدیوں صحیح نے کہہ بھی رہے اس کو کاروبار بنایا ہے احمدیوں نے بھی کاروبار ہو. بنایا ہوا یہ بات یہ تاریخ چوہان صاحب حالانکہ بتائیے. ختم نبوت ہو چکی ہے یہ کوئی نبی نہیں طارق آنا چوہان نہ صاحب نیا نہ طارق پرانا چوہان صاحب علامہ نہیں دینا چاہیے سمجھانی چاہیے اگر کوئی بات آپ کو بھائی پتہ ہے تو آپ وہ دونوں نے سمجھائیں کاروبار بنایا ہو نا ایک نبی آپ لانا یہ چاہتے ہیں ایک بات نبی ٹھیک وہ کی ہے. لانا میں چاہتے ہیں کہتا ہوں آپ علامہ نہ دیں صرف ہم آپ تو کہتے ہیں سمجھائیں صرف جو تو مسئلہ ہے آپ کہ یہ اور درست بات نہیں ہے کہ آپ ایک نبی لانا چاہتے ہیں حضرت محمد صلی اللہ علیہ وسلم کے بعد حضرت محمد غیر احمدی بھی مصطفیٰ لانا صلی چاہتے ہیں ایک اللہ علیہ وسلم نہیں نہیں ہم نہیں تو ہم نہیں لانا چاہتے ہم تو کہتے ہیں اور بھی نبی آ سکتے ہیں. اللہ احمدی عالم سید جنرل رسالہ ہم نے کب نبوت کی بات احمدی کی؟ غیر وہ کہ احمدی دیکھیں وہ ہیں کہہ رہے ہیں بہت سارے آ سکتے ہیں ہاں احمدی حضرت مسلم غیر صلی اللہ احمدی علیہ وسلم ہیں دیکھو سن لو تو غیر چلے احمدی یہی میں احمدی کہہ ہے رہا ہوں آپ غیر دونوں احمدی ختم احمدی نبوت کے ہیں منکر ہیں ہم ختم نبوت کے حسینی صاحب بھی تاجدار ویسے ختم ہمارے نبوت. ساتھ ہی ہیں. حسین ٹون بھائی تو دوسروں پہ کر یار رہے ہیں حسین بھائی لیکن میں ہیں ایک وہ شعر بھی حسینی ہمارے سنانا صاحب ساتھ تو ہی. صاف کہہ رہے ہیں ہے ختم واللہ نبوت کے ہو حسین گئے بھائی میں ہیں ایک نہیں شعر کوئی سنا نبی کے نہیں جانے آنا دیں. اللہ حضور صلی اللہ علیہ حسینی وسلم کی صاحب نبوت قیامت تک قائم ہے تو بکلی تجھ ختم سیکر بھائی نبوت مجھے ہو بھی ہی نہیں بولنے دیں. سکتی. تجھ سیکر بھائی مجھے بھی بولنے دیں. حسین صاحب میں ایک جی شعر بر کی سناتا ہوں. نبوت قیامت تک قائم ہے تو پھر کسی نبی کی ضرورت ہی نہیں ہے حسین صاحب میں پھر شعر جب ختم سناتا ہوں. نبوت تو نہ نبی ہوئی. موجود ہے جو نبوت تو نہ حضرت ختم محمد صلی اللہ ہوئی. علیہ وسلم ہے پھر کسی اور نبی کی کیا ضرورت تجھ ہے ہاں سیکر تو لیکن صاحب مجھے ختم شعر نبوت تو سنانا نہ دیں. رہی. تجھ سیکر صاحب مجھے شعر سنانا دیں پلیز. حسین صاحب ایک شعر سنانے آیا تھا میں پلیز اگر اجازت ہے ماسٹر صاحب آ گئے نے تو. بس ٹھیک ہے. تو میرا نہیں خیال کہ کوئی ایسی زیادہ لگ پتا جائے گا ہوں بمبا سے سب آ جو گئے نے ماسٹر صاحب کو یار یہ دو بس چار صاحب آ جو گئے ادھر احمدی بیٹھے ہیں نا آپ کو نہیں کنسپٹ کا پتا ختم نبوت کا تو آپ نے غیر احمدیوں سے کیا ڈسکشن کرنی ہے ہاں بالکل مجھے تو اس واہ واہ مجھے تو سبحان اس اللہ چیز کی سمجھ نہیں آتی ہے. آپ ان کو وہ تو آپ کا ٹھٹھا اڑائیں گے ادھر زپ کھول کے کھڑے ہو جائیں گے لوگ ہنسنے پہ ہنسی کیا ہے یار تو سکر تینوں کادی سمجھ نہیں آتی کیا امپورٹنٹ پوائنٹ ہے تیرا یار کیا ہے ہاں جی میوٹ کر لیں مبشر صاحب. اگر ہاں جی سمپل سا میرا سوال ہے وہ میں نے رکھا ہے. میں کسی کو کوئی سمجھا نہیں رہا. ٹھیک ہے میرا سمپل سوال ہے کہ اگر حضور صلی اللہ علیہ وسلم کی اور سب مانتے ہیں کہ حضور صلی اللہ علیہ وسلم کی نبوت قیامت تک قائم ہے تو جو ختم نبوت کا ایک کانسیپٹ ہے کہ بکلی ختم نبوت یعنی نبوت بالکل ختم ہو گئی ہاں بالکل وہ تو ختم نہ ہو گئی. ہوئی. سر حضرت میرا محمد صلی صرف اللہ علیہ پوائنٹ وسلم ہے کی آپ لوگ نبوت چونکہ ڈسکس کر قیامت لیں. تک ہے اس لیے کوئی نبی نہیں آ سکتا. میں وہ نبی آنے ہے جو صحیح موجود ہے نبوت تو ختم نہ طارق ہوئی. قیامت صاحب تک موجود ہے. طارق صاحب بمباس صاحب نے سوال کیا ہے تو بمباس صاحب کو بات کرنے دیں پلیز پلیز یہ جو تم لفظ لے کے آئے ہو بکلی یہ کہاں سے پڑھا تم نے ہاں یہ کہاں سے آیا کوئی اور سوال کر لیں کوئی اور کر لیں. نو بکلی کا جو لفظ حضرت مسیح موعود نے یوز کیا وہ اس کے لیے میں وہی حضرت مسیح موعود علیہ الصلوۃ والسلام کی بات اس وقت نہیں سمجھا رہا. اچھا کون سی بات سمجھا رہے ہو میں سوال آپ کے سامنے رکھ رہا ہوں. میں کوئی بات نہیں سمجھا رہا. اچھا آپ کو حضرت مسیح موعود کی بات کی سمجھ نہیں آئی اس لیے آپ سوال کر رہے میں ہو سمجھا ہی نہیں رہا بھائی. میں سمجھا ہی نہیں رہا. سمجھ آئی نہیں آئی پتہ نہیں کن باتوں پہ لگے ہیں آپ. اچھا جی پھر کیا سوال کیا ہے آپ کا کس کے متعلق ہے میں نے ابھی آپ سوال آپ کے سامنے رکھ تو دیا ہے. میں نے آپ سے عرض کی ہے آپ نے حضرت مسیح موعود کی بیعت کی ہے جس طرح انہوں نے ختم نبوت کا کانسیپٹ دیا ہے آپ کو اس کی سمجھ آ گئی ہے کہ نہیں آئی اگر نہیں آئی تو پھر سوال اٹھاؤ کہ اس سے کوئی نیا آپ نے کوئی حضرت مسیح موعود سے زیادہ بہتر کوئی آپ نے پوائنٹ نکالا جو اور کسی کو نہیں پتا 1400 سال میں پھر بات ہے میں تو یہ کہنا چاہتا ہوں میں اس وقت یہ نہیں سمجھا رہا کہ حضرت مسیح علیہ الصلوۃ والسلام نے کیا کہا ہے. ٹھیک ہے میں صرف ایک سوال رکھ رہا ہوں. اگر اس پہ اس کا کوئی جواب ہو سکتا ہے تو دے دیں. اوفینڈ ہونے کی اوفینسو ہونے کی کیا ضرورت ہے؟ حسینی صاحب بھی اوفینسو ہو رہے ہیں. کوئی نہیں اوفینڈ ہو ہاں رہا ہم سمپل سا میرا سوال ہے. عجیب بات ہے. ٹھہر جاؤ ہم سمجھنے کی کوشش کر رہے ہیں کہ اگر تو آپ کو حضرت مسیح موعود علیہ الصلوۃ والسلام کے ختم نبوت کا جو کانسیپٹ انہوں نے دیا ہے وہ سمجھ آ گئی ہے اور آپ نے بیعت کی ہے
खुलफा की भी समझ आ गई है, कुरान में जो खत्म नबूवत का कॉन्सेप्ट दिया है उसकी भी समझ आ गई है, तो फिर सवाल आपका कहाँ से लेके आ रहे हैं, ये मैं पूछना चाहता हूँ। वो सवाल आया कि तो शुगल में पूछ रहे हो, हमें फंसाने के लिए पूछ रहे हो, या टाइम गुजारने के लिए पूछ रहे हो, जरा बता दो हमें। सिंपल सा सवाल है। सवाल क्या नहीं, आपको समझ आइए? सवाल क्या है? सवाल सिंपल सवाल है। की समझ आइए? सवाल सिंपल क्या है। है? सवाल है आप क्या? सवाल ये है कि अगर खत्म नबूवत बकुल्ली खत्म हो गई, नबूवत खत्म हो गई, तो खत्म नबूवत कैसे होगी क़यामत तक? चलो, समझ कोई आई नहीं है और शोर मचाया हुआ है आपने। अच्छा जी, चले दोबारा बता पहले दें। सवाल तो समझ लें ना। आपको ये पता है कि बात हो क्या रही है, किस बारे में हो रही है? ना मैं किसी को समझा रहा हूँ, ना कोई सिंपल सा सवाल है मेरा जिस पे आप भी ऑफेंसिव होते जा रहे हैं, सैनी भी ऑफेंसिव होते जा रहे हैं। आप लोगों के पता नहीं क्या। चले सवाल अच्छा यार हुसैनी साहब, एक मिनट से सवाल पूछ लेने दे काइंडली। हुसैनी साहब, सॉरी टू कट यू जी, सवाल ਉਹ पूछो जी। ਕਰਿਓ, ਪਰ simple ਮੈਂ ਤੇ ਜਿਹੜਾ ਬੰਦਾ ਬੋਲੇ ਨਾ ਉਹ ਆਫੈਂਸਿਵ ਹੁੰਦਾ ਹੈ। नहीं नहीं नहीं, कोई नहीं कोई नहीं, कोई ਮੈਂ गल ਤਾਂ ਖਾਮੋਸ਼ ਸੁਣ नहीं। ਰਿਹਾ ਗੱਲ। ਆਫੈਂਸਿव ਕਿੱਥੋਂ हाँ ਹੋ जी ਗਿਆ? बिल्कुल, मैनू नहीं पता ना, मैं ऑफेंडेड हो रहा, वैसे ही वो फील करता पे। हौसला नहीं है ना आप लोगों में बात हाँ जी, सुनने का। सिंपल सवाल, सिंपल सवाल पूछो, सिंपल सवाल। अभी तक समझ नहीं आ रही, मैं आपको कैसे समझाऊं? ओ मेरे भरा सिंपल सवाल पूछ भी रहा है। नहीं नहीं, रहन दो ਤੁਹਾਨੂੰ समझ नहीं आ रही। मैं थोड़ा क्लियर करता हूँ मास्टर भाई। उन्होंने कहा हुसैनी साहब के ओ पास यार आप क्लियर करेंगे ना, ओदा फिर भी सवाल उथे दा उथे ओनी उनको जे पूछना ही ते पूछना तो फिर यार। ਤੁਹਾਨੂੰ की तकलीफ है? मैनू ਤੁਹਾਨੂੰ बस की यार तकलीफ है? नहीं, यार भरा पूछ ले, मैंने ऐसा कोई नहीं कहते, ऐसा ओ कहते कोई गल नहीं यार। इतना शोर चीख चीख मार के बोल रहे हैं आप। ओ मेरे भरा पूछ भी ले सवाल, हुन मैं तेनू किस तरह कवां? पूछो भरा जी, भाईजान सवाल पूछो आका, सिंपल सवाल फरमाइए हुक्म। मैंने 2-3 दफा पूछा है। नहीं सर, मैं आपको नहीं समझा सकता भाई। आप म्यूट कर लें, आपसे बात भी नहीं थी हो रही। ओ मेरे यार रब्बा, आपसे बात हो ही नहीं थी रही। आप बीच में ऐसे ही आके तो किसे बात करनी है? ना बात का पता होता ना कुछ आता है। म्यूट कर लें आप प्लीज। मेरे हुजूर किससे बात नहीं करनी देना है? जवाब नहीं। आपने बात किससे करनी है? चौहान साहब से करनी है, हुसैनी साहब से करनी है, जज्जा साहब से करनी है, मूसा साहब से करनी है, ईसा साहब से करनी है? बता दो यार। भाई यहाँ पे जिनसे मैं बात कर रहा था वो भी ऑफेंड होके वो भी जवाब नहीं देना चाह रहे। आपने वखरा शोर मचा दिया आके। तो ठीक है, नहीं देना जवाब तो ना दें। तो नहीं सवाल पूछना फिर? सवाल पूछना तो यही मसला ना। ਤੁਹਾਨੂੰ पता नहीं किस बात पे ऑफेंड हो गए, तो पता नहीं क्या आपकी प्रॉब्लम्स हो जाती हैं। ਮਾਸਟਰ ਸਾਹਿਬ ਹੁਣ ਉਹ Simple ਸਵਾਲ सा ਨੂੰ एक बात ਜਾਣਦੇ सवाल ਹੋਣ, पूछा ਇੱਕ था ਮੇਰਾ मैंने, ਸਵਾਲ पता ਤੁਹਾਡੇ ਨਾਲ ਹੈ। जी सर हुक्म। ਉਹ ਇਹ ਹੈ ਕਿ हाँ, अगर उनको हक है जो मर्जी टॉन्ट करें, दूसरे कोई सवाल नहीं कर सकता। यार पूछ भी ला भरा, तेनू कहने पे तू नहीं नहीं ਪੁੱਛਿਆ ਤੁਹਾਡੇ ਕੋਲੋਂ ਨਹੀਂ ਪੁੱਛਿਆ, ਤੁਸੀਂ ਮਿਊਟ ਕਰੋ। ਐਲਾ यार मैं हुसैनी साहब मैं म्यूट करना यार, वो कहंदा मैं ਤੁਹਾਡੇ ਕੋਲੋਂ ਸਵਾਲ ਪੁੱਛਿਆ ਨਹੀਂ, ਮਿਊਟ ਕਰ ਦੋ। हेलो जी हेलो। हाँ जी, बस म्यूट करके बैठे रहो। नहीं ऐसे पता नहीं क्या उठा के मुंह, ना बात का पता ना कुछ, फजूल में ऑफेंसिव तरीका अपना रहे हैं बगैर वजह की। अजीब सजा, अजीब सजा है हमारे लिए कि म्यूट ला लो। म्यूट करके बैठे रहे, म्यूट करके बैठे रहे। बासु साहब साहब हमारे बहुत अच्छे प्यारे दोस्त हैं। बहुत ही मास्टर भाई, लवली। मास्टर भाई आज पता लग गया कि मैं- तुम सिखा तू डरते हो। आज पता लग गया। जो बात ही है नहीं मैं हर नहीं किसी को नहीं डरना यार, मैं किरे को नहीं डरता, मैं तो हर किसी को डरना। अच्छा हुसैनी साहब आप क्या फरमा रहे थे? मैं ये आपसे सवाल पूछना चाहता बहुत था, निशान बंदे ने वैसे। हाँ जी हाँ अगर जी। कोई बात मुझे पूछें या समझाएं और मैं खामोशी से सुनता रहूं, जी जी। कोई बोलूं ना, म्यूट लगा के बैठा रहूं, तो इसका मतलब ये है कि मैं ऑफेंसिव हूँ, ऑफेंड हूँ मेरा भी कसूर है जी। You are a very good listener इसमें। आप जब से आए हैं, जो बात मुझे मुखातिब था, आपने मुझे बार बार बोलते हुए, कट करते हुए, नाराज होते हुए, गलत लफ्ज कहते हुए, गुस्सा करते हुए कोई देखा है आपने किसी जगह? नहीं बिल्कुल नहीं। मैं आप नोट कर रहे थे, कुछ आप नीचे सुन रहे होंगे, कुछ आपने ऊपर भी आके मेरे मतलब सुना है कि मैं ऑफेंड होता हूँ और मैं ऑफेंड करता हूँ, लेकिन वो किस तरीके से करता हूँ मैं? कोई है मेरा लफ्ज? नहीं। सैनी साहब छोड़ दें अब बात को। अब मैं अपना सवाल रखूं। जी जी रखे रखे, अल्हम्दुलिल्लाह रखे जी, म्यूट लाओ सैनी साहब से रहा हूं, बोलना बीच में ये शुरू हो जाते हैं। जी। चुप हो हुसैनी साहब, तुसी दो बंदे बस वन वे ट्रैफिक।
आप दो बंदों के दरमियान मैं कम्युनिकेशन। सिर्फ ये अर्ज कर रहा हूँ हुसैनी साहब कि मुझे हक है सवाल करने का कि सिर्फ आपको ही हक है? सवाल पूछो हुसैनी साहब से। चलो हुसैनी साहब ज़ेन नहीं है तो तुसी ਉਹਨੂੰ ਹਾਂ ਕਰਦੇ ਰਹੋ। जल्दी ने कह दो हाँ क्या ताड़ी बड़ी ਜੀ मेहरबानी। ਸਾਰਿਆਂ ਨੂੰ ਹੀ ਹੱਕ ਹੈ, ਹਰ ਕੋਈ ਪੁੱਛਦਾ ਹੈ, ਕੋਈ ਤੇ ਕੋ ਪੁੱਛਣਾ मैं भी ਨਹੀਂ। चल बोल। यार ये मिस्टर बम्बैसे को क्या है यार? मेरे भरा तेरे पैरी पवा सवाल पूछ ले, तेरी बड़ी मेहरबानी। बमबारी है ना, बम जो होता है बमबारी होता है। ये और इतना चीख के बोल रहे हैं, पता नहीं ये इनके माइक का मसला है क्या है? सवाल ही नहीं रखा पूरा उसने, तो आप लोग शोर। हुसैन साहब इसको, हुसैन साहब अस्सलाम वालेकुम। जी वालेकुम। चले मैं अगर हुसैनी साहब का नहीं है, कश्मीरी भाई मैं आपसे पूछ लूं सवाल। ये क्या बात हुई? कश्मीरी भाई मैं आपसे सवाल ही पूछ नहीं लूं रख रहे सवाल। वो बेचारे, रखने दे रहा कोई। कश्मीरी भाई इनकी मर्जी नहीं है जवाब देने का, मैं आपसे पूछ लूं सवाल। मैं तो थोड़ा बिजी हूँ, तो आप हुसैन साहब देंगे जवाब। चले दे दें यार। ਗੱਲ ਸੁਣੋ ਹੁਣ ਬਾਕੀ ਚੀਜ਼ਾਂ ਥੋੜੀਆਂ ਜਿਹੀਆਂ पेंडिंग करके मुजफ्फर मंसूर साहब हमारे जो हैं वो खामोश भी बहुत रहते हैं और खूबसूरत कलाम भी किसी वक्त मुनासिब होता करते हैं। वो फरमाते हैं वही टाटर, वही गमसे, वही इश्वे, वही तानों की बीमारी जो पहले थी सो अब भी। बात तो सही किया, लेकिन अब हुसैन साहब मैं चाहता हूँ कि सीकर साहब को नहीं सीकर भाई आप जो भी सवाल करना है आप बेशक क्यों नहीं। चले अच्छा हुसैनी साहब, तो सीकर मुझसे सवाल कर लो, मैं बैठा हुसैनी हूँ साहब पूछ सवाल लूं का सवाल। इंतजार में। जी जी एक अच्छा पूछ लेता हूँ, ठीक है। अच्छा हुसैनी साहब मेरा सवाल ये है कि हजूर सल्लल्लाहु अलैहि वसल्लम की नबूवत क़यामत तक कायम है, तो फिर बकुल्ली ख़त्म नबूवत कैसे हो गई? यानी नबूवत कैसे ख़त्म हो गई कि जब हज़रत मोहम्मद सल्लल्लाहु अलैहि वसल्लम की नबूवत क़यामत तक कायम है? वो इस तरह ख़त्म हो गई कि आपने फरमाया कि अना ख़ातमुन नबिय्यीना, मैंने ख़त्म किया है, मैं नबियों को ख़त्म करने वाला हूँ और मेरे बाद कोई नबी नहीं। आप नबी हैं और कोई नहीं। कितनी प्यारी ते मुख्तसर जामे गल। हाँ तो नबूवत उनकी नबूवत तो ख़त्म नहीं ना हुई। दोबारा सुन लें, हजूर सल्लल्लाहु अलैहि वसल्लम की नबूवत तो ख़त्म नहीं ना हुई। आपने फरमाया, आपके अल्फाज सुने, मैं जेद को आखिरी पहुंचा। आपने फरमाया अना ख़ातमुन नबिय्यीना, मैं नबियों को ख़त्म करने वाला हूँ, ला नबी आबादी, मेरे सिवा मेरे बाद कोई नबी नहीं। यही तो हाँ, तो अब ये जो हजूर सल्लल्लाहु अलैहि वसल्लम की नबूवत तो ख़त्म ना हुई, ये तो हम एग्री कर गए ना। सीकर भाई देखें जब उन्होंने बताया आपको यार जज्जा खुदा दा वास्ते काम खत्म हो लेंदे किसी तरीके नहीं उन्होंने खत्म हो जाना है। मैं जड़ी गल करांगा इन्होंने मुतफिक होना है। नहीं जज्जा भाई एक मिनट ना, एक मिनट सीकर भाई, आपने उन्होंने जब ये कहा है कि आबादी, यार एक मिनट खलो जा यार, वास्ता कदी गल करनी होंदी है, कदी गल करनी होंदी है। मास्टर साहब हुसैनी साहब दी गल ते मैनू क्लियर करन दिओ, तुहाडे ते वाज़े हो जाएगी ते समझ जाओगे। मैं कहना सारे ही ज़हनी बीमार ने भाई। जज़ाकल्लाह। उन्होंने ये फरमाया कि ला नबी आबादी, रसूल सल्लल्लाहु अलैहि वसल्लम तो बाद कोई नबी नहीं। उन्होंने स्वाद ਜਦੋਂ ਇਹ ਲਫ਼ਜ਼ ਕਿਹਾ ਜਾਏ ਵਿੱਚ ਸਵਾਦ, ਤੇ ਫਿਰ ਤੁਹਾਨੂੰ ਇਸ ਚੀਜ਼ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੀ ਹੈ ਨੇ, ਸਵਾ ਉਹਨਾਂ ਦੇ ਹੋਰ ਕੋਈ ਨਹੀਂ। ਲੈ ਵੀ ਸਮਝ ਆ ਗਈ। ਇਹ ਗੱਲ ਜਿਹੜੀ ਹੈ ਉਹ ਤੁਹਾਨੂੰ ਦੱਸ ਰਹੇ ਨੇ, ਉਹਨਾਂ ਨੇ ਲਫ਼ਜ਼ ਵਿੱਚ ਬੋਲਿਆ ਲਾ ਨਬੀ ਆਬਾਦੀ, ਕਿਦਾ ਮਤਲਬ ਹੈ ਸਵਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਈ ਨਬੀ ਨਹੀਂ। ਸਵਾ ਚਲੋ ਜੀ, ਹਾਂ ਜੀ ਟੂਸੀ ਕੇ ਸਮਝ ਆ ਗਈ। ਕਿਆਮਤ ਤੱਕ ਹੀ ਉਹਨਾਂ ਦੇ ਸਵਾ ਕੋਈ ਹੋਰ ਨਬੀ ਨਹੀਂ ਹੈ। ਕਿਆਮਤ ਤੱਕ ਉਹਨਾਂ ਦੇ ਸਵਾ ਕੋਈ ਨਬੀ ਨਹੀਂ। ਟੂਸੀ ਕਰ ਆ ਗਈ ਸਮਝ ਆ। जी आ गई ने इन्होंने पूछ लो। समझ आ गई हूँ, आपको समझ आ गई है ना? मैनू नहीं समझ आई। नहीं समझ आई। एक मिनट यार खलो जा, एक मिनट। बाबा तेन किथों नहीं समझ आई दस? मैनू यह नहीं समझ आई कि अब खत्म नबूवत बकुली खत्म हो गई है और हजूर पाक की नबूवत क़यामत तक जारी है, तो नबूवत फिर खत्म नबूवत किस तरह हो गई? मरन लग पे की हो जाता है, मुंह जमात। एग्जैक्टली जज्जा साहब आप समझ आइए आपको
ਮੈਨੂੰ ये जो ਵੀ हुसैनी साहब ਸਮਝ ਆ ਰਹੀ ਸੀ, ਲੇਕਿन हमें ਇਹਨਾਂ ਨੂੰ हमें कवर बात लगा मारने की रहे होते आदत हैं है ना, ना। ये हुसैनी साहब मारते हमें बात नहीं लगा रहे होते हैं, खुद जो है ये टॉन्ट अपने आप को भी कर रहे हैं। ਇਹ ਹੋਈ ਗੱਲ ਤੂੰ ਜ਼ਿਕਰ ਕਹਿ ਰਿਹਾ ਸੀ ਹੁਣ ਉਦੋਂ ਬਾਬਾ ਸਾਹਿਬ ਗਵਾਹੀ ਦਿਓ, ਮੇਰੀ ਆਵਾਜ਼ਾਂ ਸਾਰੀ ਨਹੀਂ ਆ ਰਹੀ ਗੁਫ਼ਤਗੂ ਸੀ। 'ਚ ਕੋਈ ਲਫ਼ਜ਼ ਟਾਂਟ ਹੈ? ਕੋਈ ਕਿਸੇ ਨੂੰ ਸ਼ੁਮਾਰ ਕਰ ਸਕਦੇ ਹੋ ਟਾਂਟ ਦੇ? बिल्कुल नहीं, बिल्कुल नहीं, बिल्कुल नहीं। जो ये कह रहे थे ना और कि बंदा- हमें जज्जा हमें साहब, क्या, तुसी एक मिनट जज्जा साहब एक मिनट, वो जो जब दूसरों को कह रहे मैं थे ना नहीं बोल रहा। कि एक तरफ कहते हैं खत्म नबूवत और एक तरफ कहते हैं नबूवत जारी है, तो मैंने सिर्फ इनके सामने ये चीज़ वाजे की है जो मुबासिर साहब समझ गए हैं, समझना चाहते नहीं थे लेकिन वो अल्फाज कह गए हैं जो मैं सबको समझा रहा था, क्योंकि बड़ी वाजे बात है कि खुद हुसैनी साहब भी उसी बास्केट में है जिस बास्केट में हम हैं। बास्केट में नहीं है, हुसैनी साहब को किसी बास्केट में ना डालें, सीधी बात करें। हुसैनी साहब एक मुकदमा रखते हैं, आपको फिर इशारा चीज जो है बताते हैं। पकड़ने की बात नहीं है, पकड़ने की सैनी बात साहब नहीं कढ़ाई में है, सैनी साहब कढ़ाई में है, बास्केट में नहीं है, कढ़ाई में। नहीं, इशारा तन चीज जो है वो बता देते हैं, वो सारी समझने वाले की अपनी समझ है कि वो क्या समझते हैं। वो बताते हैं इशारतन, वो इशारतन बताते हैं ते सैनी इशारा साहब तन ये बताते हैं कि वसल्लम के बताते सिवा कोई और नबी नहीं। सवा ला नबी आबादी का मतलब ये है कि रसूलुल्लाह सल्लल्लाहु अलैहि वसल्लम के सिवा कोई और नबी नहीं। भाई बात ये है कि अल्लाह मियां दी प्रिंटिंग प्रेस ही ਉਹਨੇ ਸਰਟੀਫਿਕੇਟ ਜਿਹੜੇ ਸੀ ਨਾ ਨਬੂਵਤ ਦੇ ਛਪਾਏ ਸਨ। हाँ, नबूवत रसूलुल्लाह सल्लल्लाहु अलैहि वसल्लम ते आके खत्म हो गई, यही चीज है। रसूलुल्लाह सल्लल्लाहु अलैहि वसल्लम ते आके नबूवत खत्म हो गई। अभी ਇਹਦਾ ਲੈਕਚਰ ਖਤਮ ਨਹੀਂ ਹੋਇਆ, ਕਹਿੰਦਾ ਮੈਂ ਹੁਣੇ ਸਮਝਾ ਦੇਣਾ ਇਹਦੇ ਬਾਅਦ। ਇੰਦਾ ਵੀ ਜੋ ਵੀ ਕੋਈ ਇਨਸਾਨ ਇਸ ਤਰ੍ਹਾਂ ਦਾ ਹੋਏਗਾ ਜੋ ਤਾਇਰ ਦੇ ਵਿੱਚ ਕੰਮ ਲਏਗਾ, ਰਸੂਲੁल्लाह सल्लल्लाहु अलैहि वसल्लम ਤੋਂ ਸਿਵਾ ਨਹੀਂ ਹੋਏਗਾ। ਮੁਹੰਮਦ ਨਾ ਹੁੰਦੇ ਨਾ ਹੁੰਦੀ ਖੁਦਾਈ, ਖੁਦਾ ਨੇ नबूवत जारी है। मोहम्मद रसूलुल्लाह सल्लल्लाहु अलैहि वसल्लम है तो बाकी है, वो ना होते तो कुछ भी ना होता। कुछ भी ना मिलता कर ये तौबा का सहारा, हम कहाँ जाते। लो जजा साहब को क्वाली सुनाओ, ਤੁਹਾਡੀਆਂ ਗੱਲਾਂ ਬੜੀਆਂ ਡਿਟੇਲਡ ਹੁੰਦੀਆਂ ਨੇ, ਮੈਂ ਕਹਿੰਦਾ ਹਰ ਚੀਜ਼ ਕਲੀਅਰ ਹੋ ਜਾਂਦੀ ਹੈ ਔਰ ਸਮਝ ਆ ਜਾਂਦੀ ਹੈ। देखो कुरान पाक दे विच ये चीज फरमाया, अल्लाह ताला ने फरमाया है कि अल्लाह के सिवा, अल्लाह के बाद तुम किसको मानोगे? अल्लाह के बाद, अल्लाह का कोई बात तो है नहीं। महात्मा बुद्ध, हाँ, मालूम ये होता है कि अल्लाह के सिवा किसको तुम मानोगे, ये इसका तर्जुमा और ये इसीलिए ये हम कहते हैं कि रसूलुल्लाह सल्लल्लाहु अलैहि वसल्लम के सिवा कोई नहीं। और वजह भी यही बनती है ना, मतलब ये है कि रसूलुल्लाह सल्लल्लाहु अलैहि वसल्लम के सिवा कोई नहीं है। एग्जैक्टली, क्योंकि जजा साहब यही मतलब लेना पड़ेगा, क्योंकि हुजूर सल्लल्लाहु अलैहि वसल्लम की नबूवत का भी तो बात नहीं है ना। यही तो मैं समझाना चाह रहा था कि हुजूर सल्लल्लाहु अलैहि वसल्लम की नबूवत भी क़यामत तक कायम है, उनका भी बात नहीं है जब तक ये दुनिया कायम है। तो इसलिए अल्लाह ताला का जैसे बात नहीं है, और वहां पे हम मानते हैं ये लेंगे कि अल्लाह के मुखालिफ या अल्लाह से हट के, ठीक है, अल्लाह के सिवा। यहाँ पे भी यही माने लेंगे फिर हम हुजूर सल्लल्लाहु अलैहि वसल्लम के, कि हुजूर सल्लल्लाहु अलैहि वसल्लम के मुखालिफ या हुजूर सल्लल्लाहु अलैहि वसल्लम के सिवा कोई नबी नहीं है। हाँ, सवाल करने या उनसे हटके कोई नबी नहीं है, यानी जो आएगा वो मैं उनके सिवा उनके मुखालिफ नहीं आएगा, जो आएगा उनके नीचे आएगा। बस फैसला यही है, उस नूर पर फिदा हूँ मैं हुआ फैसला यही है। फैसला ये वो पेशवा हमारा जिससे है नूर सारा, नाम उसका समझ गए, समझ गए जे। मदीने चले इसी मदीने चले, आओ अस्पताल मदीने चले, आओ मदीने चले इसी महीने। ला जी अज बड़ी बड़ी डीप फिलोसफी डिस्कस हुई ने। अगर रसूल अल्लाह आखिरी नबी ने और क़यामत तक उनकी नबूवत है और बकुली नबूवत खत्म हो गई है, तो फिर जो नबी है वो कैसे खत्म हो गए? तो नबूवत कैसे खत्म? मैं तो भूल भी गया सवाल की सी। नबूवत कैसे खत्म हो गई? अच्छी पली समझ के फिर हम
फिर आपसे थोड़े उनको बात यार निकल गई जमीर आपके साहब जहन एक और से। रुक जी जाए। जी जी अच्छा जी टूसुकर भाई, बात यह है कि वो जो सूरह सफ की आयत है ना ईसा अलैहिस्सलाम में जो कि मेरे बाद एक नबी आएगा, मुझे लगता है उसका ही वही मतलब है कि वो जो लाइन ईसा अलैहिस्सलाम तक आए खत्म हो रही है, अब उससे हट के आएगा। तो ये भी उसका जो वहां जो बाद है ना, उसको भी हम उन मैनों में ले सकते हैं। कभी मुझे अभी आपकी बात से याद आया कि बाद के मैनी तो इलावा है, हट के है, ठीक है ना। बात ये है कि हमने किसी भी नबी की को गल नहीं मननी, बस ए फैसला करना है कि आना है कि नहीं आना, ते खातमुन नबीन कौन है। वो जिस तरह गैर अहमदी नहीं, वो हजूर दी इज्जत दा पहरा देंदे ने गालां कट के। वो जिवें किसी आ तेरी मां दी, तेरी भैन दी, फलाने दे पुत्रा हजूर नु गाल कट्टी, हजूर नु क्या बल्ले बल्ले बम्बास्टर साहब की तेरी तकरीर ऐसी दी तैसी ओए, और तेरी फलानी दी फलानी। और मैं साडे नबी पाक नु क्या आई, और साडी अम्मा आयशा नु क्या आई, और तू ऐ किता, तू शातमीर की तेरी मां दी फलानी ते ये ते वो ते वो। अच्छा जमीर साहब, तुम तुसी लोग कमरे से बैठे हो कि बाहर बैठे हो? मैं बाहर गड्डी पे चलाना, पार्क यार इस तरह कोई एक्सीडेंट हो जाएगा, ना करो बाहर बैठे ने ਤਾਂ ਹੀ ਤੇ ਏਡੇ ਦਲੱਤੇ ਮਾਰੇ ਨੇ, ਘਰ ਬੈਠੇ ਹੁੰਦੇ ਤੇ ਮੇਰੇ ਨਾਲ ਨੇ ਤੇ ਗੱਲ ਵੀ ਨਹੀਂ ਸੀ ਕਰਨੀ। एक्सीडेंट हो जाता, यकीन करो। अल्लाह फजल ਘਰ करे। ਬੈਠੇ ਹੁੰਦੇ ਤੇ ਮੈਨੂੰ ਪਤਾ ਹੀ ਤੋਂ ਵੱਜਣੀਆਂ ਨੇ। मैं मॉलसन इंडी नु रन करदा रहा, तो अल्लाह दा बड़ा फजल है। तो ठीक है, मगर बाद दफा जज्बात च आके ना बंदे को कोई शायद गलती हो जाती है। नहीं मेरे जज्बात जोड़े इंटैक्ट थे। मैं की जगह ते रेस दब जाती है। जज्बात च ना आया करो मुबारक साहब, जज्बात छोड़ दिया करो थोड़ा। नहीं, मैं दूसरों के जज्बात के साथ खेलता हूँ, अपने जज्बात इंटैक्ट रखता हूँ। तो बाकी आप पूरी नात सुनाओ, मदीने चले, छोड़ो पूरी नात। आओ मदीने चले इसी माही मैं मदीने चले। आओ याद रखो अगर उठ गई एक नजर, जितने खाली गिलास थे सारे भर जाएंगे। आओ निगाहे करम। और यार अब्दुल्ला ने चुको मैंने गाला कड्डे मां भैन दी मदीने चले हम, आओ मदीने चले। सानी साहब, हाँ इसी महीने चले, सानी साहब, मदीने चले। तो ये भी तो एक इश्क की बात है ना। तो सानी साहब, अल्लाह कभी अब्दुल्ला तो मदीना हमें भी दिखाएगा। सानी साहब अब्दुल्ला नु आशिक रसूल नु चुको, ताकि वो मां भैन लिख करे सारे दी इश्क रसूल विच। और बड़ियां सोहणियां इस्लामी किस्म दी हलाल गालां कटदा, एडियां सोहणियां हलाल गालां कटदा कि बंदे दा ईमान ताजा हो जाता है। जे नहीं तो कल वाला बंदा चुक लो। ਇਹ ਬੰਦੇ ਦਾ ਐਵੇਂ ਦਿਲ ਤੋਂ ਕਰਦਾ ਬਚਾਏ ਹੈ, ਯਾਰ ਇਹ ਅੱਲਾ। ਦੋ ਚਾਰ ਗਾਲੀਆਂ ਜਿਹੜੀਆਂ ਨਾ ਇਹ ਜਰਾ ਪੈਕ ਕਰ ਦਿਓ ਹੈ, मैं ਇੰਨੀਆਂ कहना ਖੂਬਸੂਰਤ ਗਾਲਾਂ ਹੁੰਦੀਆਂ ਨੇ। कि ए ते एक मलक कैसर एडियां हलाल गालां कटदे ने इस्लामी तर्ज तमीर दे उत्ते कि बंदा कहंदा उफ। मैं कहना क्या ही बात है, सुभान अल्लाह। ते आमन नज़ीर जेड़ा उन्हां दोवां नूं भेज दिंदा, जाके गालां कड्डो मरज़ाइयां नूं, शाबाश। मैं चुप करके बैठ जमीर साहब थोड़ा यार आ गया थले, केड़ा वो फुरकान आर्मी पाक वाला। ए कौन है मेरा यार फुरकान? ओए ओए कुछ ना पूछो, ओए ओए एडा खत्म नबूवत दा मुजाहिद तुसी मिले ही नहीं इनु ना। मैं उन्हें जानना, शान नूं भी बड़ा बड़ा खत जेड़ा कहंदा कि वो जो अंग्रेज थे वो फौज भर्ती करते थे और उनका जात का कीड़ा मारने के लिए कहते थे कि पहले जाओ कादियान हो के आओ, ताकि तुसी लड़न दे काबिल ना हो। हाँ जी, ਇਹਦਾ मतलब ਵਿਆਹ ਕਰਨ ਤੋਂ ਪਹਿਲੇ ਬੰਦੇ ਨੂੰ ਖੱਸੀ ਕਰ ਦਿਓ। मैं कहना एक तो एक वध के रज के बंदा लतीफा इत्थे आंदा, बंदा हैरान हो जाता। मेरे यार खसी तो याद आया, कुत्ता खसी कराना पैसे बड़े मंगण दे। कुत्ता खसी कराना की गल है? नवी नवी करना खो यार शिकार पे जाके तंग करता बाकी कुत्तियां। जा बेवकूफ चोरी ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਕੋਈ ਥੱਲੇ ਬੈਠਾ ਤੁਹਾਨੂੰ ਕੁਝ ਕਹਿੰਦਾ, ਛੱਡ ਦਿਓ, ਉਹਨਾਂ ਦੇ ਉੱਤੇ ਗੁੱਸਾ ਨਾ ਕਰੋ। ਤੁਹਾਨੂੰ ਕੱਲ ਚੀਜ਼ਾਂ ਜਿਹੜੀਆਂ ਪੜ੍ਹ ਕੇ ਸੁਣਾਈਆਂ ਸਾਰੀਆਂ ਇੱਥੇ, ਅਤੇ ਉਹ ਬਾਦਸ਼ਾਹ ਸਾਹਿਬ ਕਹਿਣ ਲੱਗ ਪਏ ਮੈਂ ਤਾਂ ਜਮਾਤ ਦੇ ਵਿੱਚ ਕੋਈ ਨਹੀਂ, ਮੈਨੂੰ ਤਾਂ ਕਰ ਦਿੱਤਾ ਕਿਉਂਕਿ हजरत मसीह मुहम्मद ने जो फरमाया है वो ते बंदा जो सुनता है पढ़ता है ते रोंगटे इंसान दे खड़े हो जाते हैं कि मैं जिस नूं मनना, जिस दा दावा करना, मैं वो है भी है या नहीं है, ते मैं तो नहीं है, वो नहीं है। अल्लाह
लो यारो चलिए फिर ਜੋ ਉਹਨਾਂ ਨੇ ਮੰਗ ਕੀਤੀ ਹੈ ਉਹ ਨਹੀਂ हमारा आ गया ਤੇ ਮੇਰੇ 'ਚ ਕਮੀਆਂ ਰਹਿ ਗਈਆਂ ਜੋ ਵੀ ਨੇ। ਸੈਨ ਸਾਹਿਬ ਬੰਬਾਸ ਸਾਹਿਬ ਇੱਕ ਸਵਾਲ ਚਲੋ ਤੁਹਾਡੇ ਕੋਲ ਪੁੱਛ ਲੈ, ਤੁਸੀਂ ਮਾਸ਼ਾਅੱਲਾ ਬੜੇ ਇਲਮੀ ਬੰਦੇ ਹੋ, ਲੇਕਿਨ ਤੁਸੀਂ ਬਹੁਤ ਜ਼ਿਆਦਾ ਜਿਹੜਾ ਨਾ ਉਹ ਤੁਸੀਂ ਬੜੀ ਇਲਮੀ ਗੱਲਾਂ ਕਰਦੇ ਹੋ, ਲੇਕਿਨ ਤਮਸਖਰ ਦੀ ਤਰਫ ਜਦੋਂ ਝੁਕ ਜਾਂਦੇ ਹੋ ਨਾ ਤੇ ਉਦੋਂ ਕੁਝ ਵੀ ਨਹੀਂ ਰਹਿ ਜਾਂਦਾ ਬਾਕੀ। ਕਿੱਥੇ ਗਏ ਨੇ? ਚਲੇ ਗਏ ਨੇ ਸੈਣੀ ਸਾਹਿਬ। ਸੈਣੀ ਸਾਹਿਬ ਫਿਰ ਆਉਣਗੇ ਤੇ ਫਿਰ ਉਹਨਾਂ ਦੇ ਨਾਲ ਕੋਈ ਗੱਲ ਕਰਾਂਗੇ, ਸਵਾਲ ਕਰਾਂਗੇ, ਜੇ ਕੋਈ ਇਲਮੀ ਗੱਲ ਲੱਭੇ ਤਾਂ ਫਿਰ ਜ਼ਰੂਰ ਉਹਨਾਂ ਦੇ ਨਾਲ ਸੁਣਨੇ। ਮੂਸਾ ਭਾਈ ਤੁਸੀਂ ਤੁਹਾਡੇ ਨਾਲ ਇੱਕ ਸਵਾਲ ਕਰ ਲਈਏ। मैं तो इल्मी नहीं हूँ, लेकिन कर ले आप, अगर मुझे आता होगा तो दे दूंगा। ठीक है। तुम करो। अब बात यह है कि ये एक बड़ा मसला इशू उठा हुआ है कि महदी जो है उसके बारे में जो बात की जाती है कि उन्होंने ये कहते हैं कि मसीह मौद जो मिर्ज़ा गुलाम अहमद अलैहिस्सलाम जो महदी आखिर ज़मां हैं, उनके बारे में ये फरमाया जाता है कि उन्होंने खुद को मोहम्मद कह दिया है। ये एक जो है वो मामला बड़ी शद्दुमत से उठाया जाता है, तो इसको ऐसे समझते हैं कि ये नऊज़ बिल्लाह कोई गुस्ताखी हो गई है। तो सवाल इस पर यह है, हाँ जी, सवाल इस पर यह है कि हदीस जो है उसमें मोहम्मद महदी जो है उसको तो मोहम्मद कहा है, तो वालिद का नाम अब्दुल्ला और वालदा का नाम आमना का है। तो ये सारी चीज़ें तो जो हैं वो यही बता रही हैं कि महदी जो इसलिए है कि वो अल्लाह की तरफ से महदी है, यानी किसी बंदे की तरफ से तो नहीं है, किसी मौलवी की तरफ से महदी नहीं है, वो अल्लाह की तरफ से महदी है। और उसका नाम मोहम्मद और वालिद का नाम अब्दुल्ला और वालदा का नाम आमना। तो ये बताया, तो इस बातें को वो मोहम्मद ना कहें तो हम क्या कहें, जबकि हदीस ये बता रही है कि वो मोहम्मद है। और यही दावा हजरत मसीह मौद अलैहिस्सलाम का है कि अल्लाह ताला ने मुझे मोहम्मद और अहमद कहा है। इस पर बहुत बड़ी बहस जो है उठी हुई है आजकल, जो है ना, जितने भी मुनाजरे हो रहे हैं। तो सवाल ये है कि महदी जो है वो मोहम्मद है या नहीं? बिल्कुल ऐसे ही है, बिल्कुल आप ठीक कह रहे हैं, महदी ही मोहम्मद है। और नबी करीम सल्लल्लाहु अलैहि वसल्लम तो नाम लेके कहा था, और दो मोहम्मद के तो ये लोग भी कायल है। खैर हम तो नहीं इस तरह सच कायल जिस तरह ये लोग समझ रहे होते हैं, हम तो इसको मेटाफोरिकल ले रहे होते हैं। लेकिन एज सच जो बिल्कुल सही बात है आपकी कि इमाम महदी का नाम जो है मोहम्मद होगा, बाप का नाम अब्दुल्ला होगा, तो असल में तो ये कायल है दो मोहम्मद के, हम तो नहीं ऐसे इस तरह का इन चीज़ों को लेकर। नबी करीम सल्लल्लाहु अलैहि वसल्लम तो एक ही है जो मक्का में पैदा हुआ। बातनी चीज़ तो ये है कि यानी वो बातन में मोहम्मद मुस्तफ़ा सल्लल्लाहु अलैहि वसल्लम और रूहानी तौर पर मोहम्मद रसूलुल्लाह सल्लल्लाहु अलैहि वसल्लम ही होगा महदी जो है उम्मत में आने वाला, क्योंकि उसका नाम मोहम्मद है, वालिद का नाम वही, वालदा का नाम वही। तो अगर इसको मिनोन इसी तरह जो है वो लेना चाहते हैं और चौक से ले सकते हैं, लेकिन फिर उस पर ये बनता है कि जब भी कोई बंदा ऐसा दुनिया में पैदा हो जाए कि जिसके वालिद का नाम अब्दुल्ला हो, वालदा का नाम आमना हो और उस बंदे का नाम मोहम्मद हो, तो फिर ये दलील हमारे लिए काफ़ी होती है, फिर उसको हम इमाम महदी जो है वो मान लें। और इस तरह अगर इमाम महदी हम मान लें तो फिर दुनिया में एक नहीं 1000 से ज़्यादा, लाख से भी ज़्यादा शायद हमें मिल सकते हैं कि जिनके वालिद का नाम और वालदा का नाम और उनका नाम उसी तरह ही हो जिस तरह के रसूलुल्लाह सल्लल्लाहु अलैहि वसल्लम
اور ان کے والدین اور ان کا نام تھا، تو پھر تو صاحب کو ہی ماننا پڑے گا. یہ دلیل ہو، یعنی ظاہری نظر میں دلیل رکھی جائے. اگر اس کو روحانیت کے اوپر منتج کیا جائے تو پھر جو ہے وہ حدیث کے معنی اور بنتے ہیں. اگر ظاہری طور پر دیکھیں تو پھر تو ہمارے اوپر یہ لازم بات ہو جاتی ہے کہ جس بندے کا نام عبداللہ ہو، والد کا نام جس بندے کا نام محمد ہو، والد کا نام عبداللہ ہو، والدہ کا نام آمنہ ہو، تو اس کے اوپر ایمان لانا لازم ہے ہمارے اوپر. کیا خیال ہے، کیا کہتے ہیں دوست اس کے اوپر؟ شیخر صاحب آپ کیا کہتے ہیں؟ کیا سوری؟ مدینے چلیں اسی مہینے چلیں. یہ سوال ہی سمجھ آیا. سوال یہ ہے کہ جو بھی بندہ اس طرح کا پیدا ہو جائے، جیسے کہ حدیث میں ہے کہ جو مہدی آئے گا اس کا نام میرے نام پر یعنی محمد ہوگا، اس کے والد کا نام میرے والد کے نام پر عبداللہ ہوگا، اس کی والدہ کا نام میری والدہ کا نام، وہ یعنی منوان اسی طرح ہی بتایا ہے کہ جس طرح میں ہوں اسی طرح ہی ہے. تو اگر کوئی بھی دنیا میں اس طرح کا بندہ، ایک نہیں کئی گزرے ہوں گے جن کے والد کا نام عبداللہ ہو اور ان کا نام محمد ہو اور والدہ کا نام آمنہ ہو، تو پھر ہمارے اوپر یہ فرض نہیں ہوتا، اگر ہم ظاہری طور پر اس کو لوتے، فرض نہیں ہوتا کہ اس بندے کو ہم مہدی مان لیں. جی اگر ظاہری طور پہ لینا ہے تو پھر تو یہ تو پرابلم ہوگی، اور پھر تو اس یہ طرح کا فرض دعویٰ ہو بھی کیا نا. بالکل یہ فرض ہو جاتا ہے کہ ہم اس بندے کو جو ہے وہ مہدی مان لیں، کیونکہ پہلے شاید مدینہ یا مکہ، مجھے نہیں پتا، اس کا مجھے یاد نہیں رہا، لیکن ایک ایسا آیا ہے جس کا نام محمد تھا، والد کا نام عبداللہ اور والدہ کا نام آمنہ، اور اس نے دعویٰ بھی کیا تھا لیکن پھر اس کو قتل کر دیا گیا. تو اگر یہ ظاہری طور پر یہ معیار لیا جائے تو پھر میرا خیال ہے کوئی نتیجہ تو نہیں نکل سکتا. جی تو میرا یہ ماننا ہے کہ ان حدیثوں کو جو ہے وہ ظاہر کے اوپر منتج نہیں کیا جا سکتا. یہ روحانیت کے اوپر منتج ہے کہ وہ محمد ہوگا اور والد کا نام عبداللہ اور والدہ کا نام آمنہ. یہ حدیث کے الفاظ ہیں اور یہی اسی طرح ہی وہاں پر لکھا ہے کہ وہ رسول اللہ صلی اللہ علیہ وسلم کے اہل بیت میں سے ہوگا. جی اصل میں ظاہری یہ احادیث جو ہیں ان کو ظاہر کے اوپر منتج کرنا جو ہے وہ کچھ بھی نہیں ہے، ایسا ہی ہے کوئی ڈرامہ بن جاتا ہے کہ کسی کا نام اس طرح کا ہو یا کسی کا والد کا نام اس نام پر ہو تو والدہ کا نام اس نام پر ہو تو اس کو ہم سمجھیں کہ یہ مہدی ہے. یہ تو نشانی پوری اس کے اوپر ہوگی تو اس کو مہدی مان لینا چاہیے. ان میں اصل میں طور پہ، ورنہ ظاہری طور پہ تو پھر کوئی بھی نام رکھ کے تو پھر کہے کہ مجھے مانو، یہ پر حکمت باتیں ہوتی ہیں اور وہاں سے ہی صحیح نشانی کا پتہ چلتا ہے. دیکھیں نا، حضرت مسیح موعود علیہ الصلوۃ والسلام کا ظاہری نام جو تھا انہوں نے ظاہری نام ہی رکھا ہے، ان کا نام مرزا غلام احمد تھا، لیکن جو ان کو خدا تعالیٰ نے فرمایا مہدی کے رنگ میں ان کا نام بھی وہی رکھا، محمد اور احمد رکھا، تو یہ تو ایک ان کے اوپر بات صادق آتی ہے کہ خدا نے رکھا ہے، انہوں نے خود نہیں رکھا، ان کو خود کو رکھا، لیکن اللہ تعالیٰ نے رکھا ہے.
والدین نے غلام احمد رکھا ہے لیکن خدا تعالیٰ نے رکھا ہے. تو یہ اس بندے کے اوپر بھی اپلائی اسی طرح ہی ہو سکتی ہیں کہ جس طرح اگر یہ بھی لازم آتا ہے کہ جس کا نام محمد ہو اور والدہ کا نام اور والدہ کا نام ملتا جلتا ہو تو اس بندے کو مان لیا جائے. تو ایک بندہ جو ہے اس کا نام تو یہ نہیں ہے لیکن خدا تعالیٰ اس کو کہتا ہے کہ تیرا نام خدا نے یہ رکھا ہے. تو اس بندے کی طرف بھی تو دھیان دینا چاہیے نا کہ وہ کیا کہتا ہے. جی کیسی عظیم و شان اس کی تعلیم ہے. جی. تو اچھا یہ بھی آپ دیکھیں نا یہ بھی آپ دیکھیں کہ جتنے دعوے دار آئے ہیں نا نبوت کے حضور صلی اللہ علیہ وسلم کے بعد سارے کے ساروں نے اپنی شریعتیں بنا لی. وہ حضور صلی اللہ علیہ وسلم کی شریعت سے ہٹ گئے جبکہ حضرت مسیح علیہ السلام نے اسی شریعت کے نیچے زیر زبر بھی چینج نہیں کی, وہی حضور صلی اللہ علیہ وسلم کی تعلیم آگے لے کے چلے ہیں. تو یہاں سے بھی پتہ چلا نا کہ وہ بات کہ وہ میرے ہی طرز پہ ہوگا, میری طرح ہوگا, تو وہ معنی تعلیم کے لحاظ سے ہے نا. اور یہ اب دیکھنے بڑی واضح نشانی ہے کہ باقی جتنے بھی ہیں وہ سب کے سب انہوں نے اپنی اپنی جو ہے وہ شریعتیں بنا لی ہیں. تو ایک بڑا واضح فرق ہے سچے اور لا نفی عام کا کیا مطلب ہے؟ لا نفی عام کا مطلب یہ ہے کہ بس یہی ہے اور کوئی نہیں ہے. محمد رسول اللہ صلی اللہ علیہ وسلم ہے وہی ہے. لا یہ ہادی لا نبی آبادی لا نبی ابا فرما گیا یہ ہادی یہ نفی عام ہے, نفی جنس ہے, مکمل طور پہ انکار ہے بھائی. نو نو مینز نو. جب فرما گیا یہ ہادی مخلا نبی آبادی لا نبی آبادی لا عیسیٰ آبادی عیسیٰ بادی لا ادریس بادی لا الیاس بادی لا خضر بادی کیونکہ غلام احمد بادی یہ ہادی لا نبی آبادی لا نبی آبادی. اچھا سینی صاحب دی چھیڑ دیکھو نہ چھیڑے تانوں کیویں ہے لا میرا صاحب بادی مخن لا نبی آبادی تے لا نبی آبادی لا عیسیٰ بادی لا موسیٰ بادی. مرزا غلام احمد نے فرمایا نہ میں کوئی نیا ہوں نہ پرانا. اب نبوت بکلی بند ہے, کوئی بند ہے جدید یا قدیم کوئی نبی جدید یا قدیم کوئی نہیں آ سکتا. حقیقی نبوت آدم صفی اللہ سے شروع ہوئی اور محمد صلی اللہ علیہ وسلم پر آ کر ختم. اب نبوت بکلی بند ہے, ایک منٹ نہ گھٹیا نہ پرانا نہ درمیانہ. لا نبی آبادی جی مخن لا نبی آبادی. ایک منٹ حسین صاحب ایک منٹ طاہر بھائی وہ تانوں یاد ہے فارسی دا من نیس نیا رسول رسول و نیا بردام کتاب. سبحان جزاک اللہ سانی صاحب تہاڈی تے یہ تے عظمت ہے نا کہ تسی ایک منٹ تو پہلے بھی ساری گل جڑی بتا من نیس رسول و نیا بردام کتاب. سبحان اللہ. تو میں کوئی رسول نہیں نہ نئی کتاب ہے نہ نیا رسول ہے نہ نئی کتاب ہے. اور ایک اور بھی انہوں نے فارسی کا شعر لکھیا ہے تو من شدی من تن شدم تو جان شدی من جان شدم طاقت نہ بگوید بعد ازیں تو دیگرے من دیگرم. یارو میں نہیں بولتی میرے چ میرا یار بولدا. او کہندے نے اسرائیل آیا سسی ول اتے لین سسی دی جان تے جان
ਸਸੀ ਵਿੱਚ ਨਜ਼ਰ ਨਾ ਆਉਂਦੀ ਉਹ ਤੇ ਲੈ ਗਿਆ ਕੇਚ ਦਾ ਖਾਨੇ। क्यों हुसैनी भाई? ਹੁਸੈਨੀ ਸਾਹਿਬ जी जी ਹੁਸੈਨ ਸਾਹਿਬ, ਮੈਂ ਕਿਹਾ ਬਹੁਤ ਚੀਜ਼ਾਂ ਜਿਹੜੀਆਂ ਨੇ ਕੁਝ ਵੇਚਣੀਆਂ ਪੈਂਦੀਆਂ ਨੇ, या ਤੇ ਜਿਹੜਾ ਕੁਝ ਜਿਹੜੇ ਨੇ ਉਹ ਬਾਕੀ ਖਰੀਦਦਾਰ ਜਿਹੜੇ ਨੇ ਉਹ ਵੀ ਨਖਰੇਬਾਜ਼ ਹੁੰਦੇ ਨੇ। या ਤੇ ਇਹ ਚੀਜ਼ਾਂ ਜਿਹੜੀਆਂ ਨੇ ਆੜੇ ਆ ਜਾਂਦੀਆਂ ਨੇ, ਕਹਿੰਦਾ ਨਾ, ਘਰ ਸੱਸੀ ਦੇ ਵਿਚੀਆਂ ਫੂੜੀਆਂ ਨੇ, ਬਿੱਲੀ ਕੰਨ ਤੱਤਾ ਨਹੀਂ ਉਹ ਕੇਚ ਦੇ ਵਿੱਚ, ਤੇ ਜੀ ਜੀ ਕਰਦਿਆਂ ਥੱਕ ਜ਼ਬਾਨ ਜਾਂਦੀ, ਬੜਾ ਫਰਕ ਏ ਗਾਹਕ ਤੇ ਵੇਚ ਦੇ ਵਿੱਚ। वाह जबरदस्त। ਤੇ ਜਿਹੜਾ ਤੁਸੀਂ ਦੇਣਾ ਹੈ ਉਹਨੂੰ ਲੈਣਾ ਕਿਸੇ ਨੇ ਔਖਾ ਹੈ, ਲੇਕਿਨ ਤੁਹਾਡਾ ਤੁਸੀਂ ਜੀ ਕਰਨਾ ਹੈ, ਹੁਸੈਨ ਸਾਹਿਬ ਕਰਦੇ ਰਹੋ। या ਉਹ ਕਹਿੰਦੇ ਲੈਣੇ ਦੀਆਂ ਲੱਖ ਖੁਸ਼ੀਆਂ, ਦੇਣ ਵਾਲਾ ਗਮ ਨਾ ਲਾਈ ਮੌਲਾ। ਹੁੱਕਾ ਪੀਂਦੇ ਹੋ ਦਮ ਲਾ ਕੇ, ਤੇ ਆਈਆਂ ਦੀਆਂ 100 ਖੁਸ਼ੀਆਂ, ਤੁਰ ਜਾਂਦੇ ਹੋ ਗਮ ਲਾ ਕੇ। ਹੁਸੈਨ ਸਾਹਿਬ ਤੁਸੀਂ ਕੋਈ ਗੱਲ ਕਰਨ ਲੱਗੇ ਸੋ? ਤਰ ਭਾਈ ਤਰਾ ਕੁ ਸੁਣਦੇ ਹੋ ਕੰਮ। मैं क्या जेड़ा उन्होंने फना फिर रसूल दा मजमून बयान किया है ना, ਜੀ वो इस शेर विच है कि मन तू मन शुदी मन तन शुदम, तू जान शुदी मन जान शुदम, तू मैं बन गया मैं तू बन गया, तू मेरी जान है मैं तेरी जान हूं। ताकस ने बगोयत बाद दी, ये गल मैं इस वास्ते कह दी है, ताकस ने बगोयत बाद दी दे बाद कोई ये ना कवे तू दीगरे मन दीगरम, तू कुछ हो रहा तो मैं कुछ हो रहा। ਮੈਂ ਕੋਈ ਹੋਰ ਸੁਭਾਨ ਅੱਲਾ। ਦੇਖੋ ਕਿੱਡਾ ਪਿਆਰਾ ਫਲਸਫਾ ਹੈ, ਕਿੱਡਾ ਗਹਿਰਾ ਹੈ। ਖਤਮੇ ਨਬੂਵਤ ਨੂੰ ਵੀ ਕੋਈ ਆਂਚ ਨਹੀਂ ਆਉਂਦੀ ਇਹਦੇ ਉੱਤੇ, ਔਰ ਸਭ ਕੁਝ ਆਰਾਮ ਦੇ ਨਾਲ ਕਲੀਅਰ ਹੋ ਜਾਂਦਾ। ਕੋਈ ਦੂਸਰਾ ਆਇਆ ਹੀ ਨਹੀਂ ਹੈ ਤੇ ਤੁਸੀਂ ਕਿਹਦੇ ਉੱਤੇ ਇਲਜ਼ਾਮ ਲਗਾਉਂਦੇ ਹੋ? ਖਾਕਮ ਨਸਾਰੇ ਕੂਚਾ ਆਲੇ ਮੁਹੰਮਦ। ਜਦੋਂ ਇੱਕ ਆਉਣ ਵਾਲਾ ਖੁਦ ਫਰਮਾ ਰਿਹਾ ਖਤਮੇ ਨਬੂਵਤ ਵੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਕਿ ਖਤਮੇ ਨਬੂਵਤ ਹੋ ਗਈ ਹੈ, ਤੁਸੀਂ ਉਹਦੇ ਆਉਣ ਵਾਲੇ ਦੇ ਉੱਤੇ ਇਤਰਾਜ਼ ਕਰਦੇ ਹੋ। ਉਹ ਆਂਦਾ ਮੈਂ ਤਾਂ ਕੁਝ ਹੋਰ ਹੈ ਨਹੀਂ, ਮੇਰਾ ਨਫਸ ਮੌਜੂਦ ਨਹੀਂ ਹੈ। ਜਾਂ ਇੱਕ ਇਨਸਾਨੀ ਨਫਸ ਦੀਆਂ 1000 ਹੁਸੈਨ ਸਾਹਿਬ ਖਵਾਹਿਸ਼ਾਤਾਂ ਹੁੰਦੀਆਂ ਨੇ। या पता नहीं शेख साहब की गल कहंदे ਇਹਦੇ ਤੇ ਕੋਈ ਇਤਰਾਜ਼ ਕਰਨਾ ਚਾਹੁੰਦੇ, ਜਿਹੜਾ उन्होंने किया कि मेरा नफ्स दरमियान में नहीं, मोहम्मद की चीज मोहम्मद के पास ही रही, ਇਹਦੇ ਤੇ ਉਹਨਾਂ ਨੂੰ ਕੋਈ ਸਵਾਲ ਹੈ, ਉਹ ਕੋਈ ਗਹਿਰੀ ਗੱਲ ਦੱਸਣਾ ਚਾਹੁੰਦੇ। ਮੈਂ ਸੁਣ ਨਹੀਂ ਸਕਿਆ, ਤੁਹਾਨੂੰ ਕੋਈ ਯਾਦ ਹੋਏ ਤੇ ਨਹੀਂ ਉਹ ਫਿਰ ਗੱਲਾਂ ਵਿੱਚ ਰਹਿ ਗਈਆਂ, ਦਿਲਾਂ ਦੀਆਂ ਦਿਲਾਂ 'ਚ ਰਹਿ ਗਈਆਂ ਤੇ ਸ਼ਾਮਾਂ ਪੈ ਗਈਆਂ। ਫਿਰ ਤਸ਼ਰੀਫ ਲਿਆ ਬਜ਼ੁਰਗ ਉਹ ਵੀ ਨੇ, ਉਹ ਬਸ ਆਉਂਦੇ ਰਹਿਣ ਤੇ ਅੱਛੀ ਗੱਲ ਹੀ ਹੈ। ਤੇ ਅਸੀਂ ਇਸ ਗੱਲ ਦਾ ਤੇ ਇਤਮੀਨਾਨ ਉਹਨਾਂ ਨੂੰ ਦਿਲਾਇਆ ਨਾ ਕਿ ਉਹਨਾਂ ਦੀ ਸ਼ਾਨ ਵਿੱਚ ਕੋਈ ਗੱਲ ਅਸੀਂ ਬੇਅਦਬੀ ਦੀ ਨਹੀਂ ਕਵਾਂਗੇ। ਨਹੀਂ ਕੋਈ ਵੀ ਨਹੀਂ ਕਰਾਂਗੇ। ਕੀ ਗੱਲ ਹੋ ਰਹੀ, ਕੌਣ ਹੋ ਰਹੀ, ਕੌਣ ਕਰ ਰਿਹਾ, ਕਿਹਦੇ ਖਿਲਾਫ ਗੱਲ ਕਰ ਰਹੇ ਹੋ ਤੁਸੀਂ? ਸ਼ੇਖ ਸਾਹਿਬ ਤਸ਼ਰੀਫ ਲਿਆਏ। ਸ਼ੇਖ ਸਾਹਿਬ ਨੇ ਨਾ, ਇੱਕ ਸ਼ੇਖ ਸਾਹਿਬ ਨੇ ਉਹ ਆਏ ਸਨ ਥੋੜੀ ਦੇਰ ਪਹਿਲੋਂ, ਤਾਹਰ ਭਾਈ, ਤੇ ਉਹ ਕੁਝ ਗੱਲਾਂ ਕਰ ਰਹੇ ਤੇ ਹੁਸੈਨ ਸਾਹਿਬ ਨੇ 2-4 ਚੀਜ਼ਾਂ ਉਹਨਾਂ ਦੇ ਕੋਲੋਂ ਪੁੱਛੀਆਂ, ਤੇ ਫਿਰ ਉਹ ਯਾਨੀ ਉਹਨਾਂ ਨੇ ਮੇਰਾ ਖਿਆਲ ਹੈ ਕਿ ਵਾਪਸੀ ਦਾ ਰਜੂਅ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਤੱਕ ਮੈਂ ਸੁਣਿਆ। ਯਾਨੀ ਉਹਨਾਂ ਨੇ ਮੇਰਾ ਖਿਆਲ ਹੈ ਕਿ ਵਾਪਸੀ ਦਾ ਰਜੂਅ ਕਰਨ ਦੀ, ਉਹਨਾਂ ਨੇ ਕੁਛ ਇਹ ਇਜ਼ਹਾਰ ਫਰਮਾਇਆ ਕਿ ਕਿਤੇ ਗੱਲ ਕਰੀਏ, ਲੇਕਿਨ ਅਗਰ ਬਦਨਜ਼ਮੀ ਔਰ ਬਦਮਜ਼ਗੀ ਹੋਵੇ, ਗੁਫ਼ਤਗੂ ਨਾ ਹੋਵੇ, ਗਾਲਾਂ ਹੀ ਹੋਵਣ। ਉਹ ਕਿਧਰੇ ਅਹਿਮਦੀ ਮਜਲਿਸ ਦੇ ਵਿੱਚ ਲੋਕ ਗਾਲਾਂ ਕੱਢ ਰਹੇ ਤੇ ਗੈਰ ਅਹਿਮਦੀ ਮਜਲਿਸ ਵਿੱਚ ਵੀ ਗਾਲਾਂ ਹੋ ਜਾਂਦੀਆਂ ਨੇ। ਗਾਲਾਂ ਤੇ ਕਿਸੇ ਮਜਲਿਸ ਦਾ ਕੋਈ ਲਿਹਾਜ਼ ਨਹੀਂ ਨਾ ਕਰਦੀਆਂ, ਲੋਕ ਕੱਢ ਹੀ ਲੈਂਦੇ ਨੇ। ਕਦੇ ਮਿਕਸ ਹੋ ਕੇ ਕੱਢ ਲੈਂਦੇ ਨੇ, ਕਦੇ ਅਲੱਗ ਹੋ ਕੇ ਕੱਢ ਲੈਂਦੇ ਨੇ, ਕਦੇ ਅਲੱਗ ਹੋ ਕੇ ਕੱਢ ਲੈਂਦੇ ਨੇ।
ਨਾਮ ਅੱਲਾ ਦੇ ਫਜ਼ਲ ਨਾਲ ਅਸੀਂ ਰੱਖਨੇ ਆ ਕਿ ਐਸੀ ਗੱਲ ਨਾ ਹੋਵੇ ਤੇ ਤੁਸੀਂ ਤਸ਼ਰੀਫ ਲਿਆਉਂਦੇ ਰਹੋ ਤੇ ਸਾਨੂੰ ਰਹਿਨੁਮਾਈ ਕਰਦੇ ਰਹੋ, ਗੱਲਾਂ ਦੱਸਦੇ ਰਹੋ। ਗੱਲ ਜਿਹੜੇ ਇੱਕ ਅਹਿਮਦੀ ਮੁਸਲਮਾਨ ਤੇ ਦਿਲੀ ਤੌਰ ਤੇ ਕਬੂਲ ਕਰ ਸਕਦਾ ਹੈ, ਕਰਦਾ ਵੀ ਹੈ, ਕਰਨਾ ਚਾਹੀਦਾ ਹੈ। ਕਿਸੇ ਦੇ ਅਕਾਬਰ ਨਾਲ ਇਖਤਲਾਫ ਰਾਏ ਦੇ ਬਾਵਜੂਦ ਤੋਹੀਨ ਨਾ ਕਰੋ। ਉਹਦਾ ਅਮਲੀ ਮੁਜ਼ਾਹਰਾ ਵੀ ਹੁੰਦਾ ਹੈ ਕਿ ਅਸੀਂ ਕੋਈ ਬੰਦਾ ਇਹ ਕਹਿ ਸਕਦਾ ਕਿ ਆਪਣੇ ਆਪ ਨੂੰ ਮੁਸਲਮਾਨ ਕਹੇ ਔਰ ਦੂਸਰੇ ਨੂੰ ਕਾਫਰ ਕਵੇ, ਇਹ ਹੈ ਨਾ ਅਮਲੀ ਮੁਜ਼ਾਹਰਾ। ਜੀ ਅਸਲਾਮ ਅਲੈਕੁਮ ਭਰਾਵੋ, ਕੀ ਹਾਲ ਹੈ? ਤੁਹਾਡੇ ਕੁਛ ਰਹਿ ਗਏ ਸੀ ਤਲਣ ਵਾਲੇ, ਤਲ ਲਓ ਤੁਸੀਂ, ਮੈਂ ਬਾਅਦ ਚ ਬੋਲਦਾ। ਹਾਂਜੀ ਚਿਕਨ ਨਾਗਟਸ ਜਿਹੜੇ ਨਾ ਤੁਸੀਂ ਤਾਲ ਲਵਾਂਦੇ ਨੇ। ਨਹੀਂ, ਮੈਂ ਸਿਰਫ ਸਲਾਮ ਕੀਤਾ, ਅਸਲਾਮ ਅਲੈਕੁਮ ਜੀ ਨੇ ਤੁਸੀਂ ਸਲਾਮ ਕੀਤਾ ਹੈ, ਬਿਸਮਿਲ੍ਲਾ ਕਰੋ ਆਪਣੀ ਜੋ ਵੀ ਮਸਲਾ। वालेकुम अस्सलाम व रहमतुल्लाहि व बरकातुहू व जन्नत व लालुहू व नारुन हराम। आमीन आमीन। अच्छा डॉक्टर साहब आ गए, वाह। अल्लाह रखा साहब आए ने वो डॉक्टर हजरत जज्जा साहब की हाल चाल ने? वो बिस्मिल्लाह करिए, बड़े अच्छे हाल ने। तुसी सुनाओ, ठीक हो? बस मैं क्या कि जज्जा साहब आन तो मैं भी आ जाना, मैं भी आ जाना। मैं हुसैनी साहब ਤੁਹਾਡੀ ਖਾਤਰ ਆਉਣਾ ਵਾ ਬੜੀ ਤੇ ਮਿਹਰਬਾਨੀ ਤੁਹਾਡਾ, ਜੱਜਾਂ ਵਿੱਚ ਬਹਾਨਾ ਬਣ ਗਿਆ ਹੈ। ਤੁਹਾਡੀ ਵੈਸੇ ਅਜ਼ੀਜ਼ ਹੈ। ਤੁਸੀਂ ਮੈਨੂੰ ਬੁਲਾਉਂਦੇ ਹੋ ਤਾਂ ਮੈਂ ਆਉਣਾ, ਉਂਝ ਨਹੀਂ ਮੈਂ ਆਉਂਦਾ। वाह वाह। ਦੇਖੋ ਜੀ, ਅਸੀਂ ਤੁਹਾਡੀ ਅਜ਼ਮਤ ਦਾ ਇਤਰਾਫ ਕਰਨੇ ਆ। शुक्रिया जी, शुक्रिया। मैं हुसैन साहब ने खुद आया नहीं हूँ, मैं बुलाया गया हूँ, बड़ी मन्नतों से मंगवाया गया हूँ। आए ਤੇ ਹਕੀਮ ਸਾਹਿਬ ਤੁਹਾਡਾ ਨਾ ਇੱਕ ਪੁਰਾਣਾ ਇੱਕ ਸ਼ਾਗਿਰਦ ਹੁੰਦਾ ਸੀ ਉਰਦੂ ਕਲਾਸ ਦਾ, ਉਹ ਮਲਕੂ ਨਾਮ ਦਾ, ਉਹਦੇ ਨਾਲ ਇਨ ਟੱਚ ਹੈ ਉਹ ਜਾਂ ਉਹ ਗੁੰਮ ਗਏ ਨੇ ਹਾਲਾਤ? ਮਾਂ ਬਾਪ ਜਿਹੜੇ ਨੇ ਬੜੀਆਂ ਮੰਨਤਾਂ ਦੇ ਨਾਲ ਆਪਣੇ ਬੱਚੇ ਨੂੰ ਉਹ ਹੈਗਾ ਜੇ ਅੱਜ ਉਹਦੀ ਮੇਰੀ ਕੱਲ ਗੱਲ ਹੋਈ ਹੈ। ਆਉਂਦੀ ਰਹਿੰਦੀ ਉਹਨਾਂ ਨਾਲ ਗੱਲ ਇਹਨਾਂ ਦੀ। ਅੱਛਾ, ਹੁਣ ਮੈਟਰ ਕਰ ਗਿਆ ਨਾ ਕੱਲ और ਉਹ ਕਿਹੜਾ ਭਲਾ ਮਲਕੂ ਕਿਹੜਾ ਵਾ? ਮਲਕੂ ਮਤਲਬ ਮੈਨੂੰ ਤੇ ਇੱਕ ਹਾਈਲਾਈਟ ਲੱਗਦੀ ਜਿਹੜੀ ਕਲਾਸ ਲੈਂਦੇ ਹੁੰਦੇ ਸੀ ਨਾ ਇਨਸਾਫ ਗਰੁੱਪ ਦੇ ਵਿੱਚ, ਇਫਤਖਾਰ ਚੀਮਾ ਸਾਹਿਬ ਦੇ ਗਰੁੱਪ ਦੇ ਵਿੱਚ। ਬਿਲਕੁਲ ਬਿਲਕੁਲ। ਉਹ ਚੀਮਾ ਬਹੁਤ ਸ਼ਾਗਿਰਦ ਸੀ, ਉਹਨੂੰ ਤੁਸੀਂ ਕਹਿੰਦੇ ਸ਼ਰਮ ਕਰਦਾ ਸੀ ਹੈ, ਚੀਮਾ ਬਹੁਤ ਗਲਤੀਆਂ ਕਰਦਾ ਸੀ। ਹਾਂ ਬਿਲਕੁਲ। ਅੱਜ ਕੱਲ ਉਹ ਤੁਹਾਨੂੰ ਨਵੀਂ ਗੱਲ ਦੱਸਾਂ ਟੋਨੀ ਸਾਹਿਬ, ਉਹ ਇੱਕ ਤੇ ਉਹਦਾ ਉਹ ਰਿਆਸ ਚੀਮਾ ਜਿਹੜਾ ਨਾ ਉਹ ਬਣਿਆ ਬੈਠਾ ਨਬੀ ਤੇ ਮਸੀਹ ਤੇ ਫਲਾਣਾ ਕੁਝ, ਦੂਸਰਾ ਜਿਹੜਾ ਇਫਤਖਾਰ ਚੀਮਾ ਜੇ ਨਾ ਉਹ ਰਿਆਸ ਚੀਮੇ ਤੋਂ ਪਹਿਲੇ ਦਾ ਹੈਗਾ। ਮੇਰੀ ਇੱਕ ਦਿਨ ਉਹਦੇ ਨਾਲ ਗੱਲ ਹੋਈ ਸੀ, ਕਹਿੰਦਾ ਜੀ ਮੈਨੂੰ ਬਹੁਤ ਜ਼ਿਆਦਾ ਬਿਸ਼ਾਰਤਾਂ ਮਿਲ ਰਹੀਆਂ ਨੇ। ਮੈਂ ਕਿਹਾ ਦਾਵਤਾਂ ਕਿ ਬਿਸ਼ਾਰਤਾਂ? ਕਹਿੰਦਾ ਬਿਸ਼ਾਰਤਾਂ। ਤੇ ਮੈਂ ਕਿਹਾ ਤੇ ਕਿਸੇ ਬਿਸ਼ਾਰਤ ਵਿੱਚ ਤੁਹਾਨੂੰ ਕੋਈ ਦਾਵਤ ਵੀ ਨਹੀਂ ਮਿਲੀ? ਕਹਿੰਦੇ ਦਾਵਤ ਵੀ ਮਿਲੀ ਹੈ। ਮੈਂ ਕਿਹਾ ਕਿਹਨੇ ਦਿੱਤੀ ਹੈ? ਤੇ ਮੈਂ ਕਿਹਾ ਕਿਹੜੇ ਜਿਬਰਾਈਲ ਇਸਲਾਮ ਨੇ ਦਿੱਤੀ, ਕਿਹਨੇ ਮਿਕਾਇਲ ਨੇ, ਇਜ਼ਰਾइल ਨੇ। ਉਹ ਦੌੜ ਗਿਆ, ਫੋਨ ਤੇ ਗੱਲ ਕਰਦੇ ਕਰਦੇ ਦੌੜ ਗਿਆ। ਮੈਂ ਜਦੋਂ ਇਜ਼ਰਾइल ਦਾ ਨਾਮ ਲਿਆ ਦੌੜ ਗਿਆ। ਉਹਨਾਂ ਨੂੰ ਪਤਾ ਲੱਗ ਗਿਆ ਇਜ਼ਰਾਈਲ ਆ ਗਿਆ ਹੈ। ਆਹੋ, ਉਹ ਬੜਾ ਚਾਲੂ ਹੈ ਜੀ ਮੇਰੇ ਕੋਲ। ਉਹਨਾਂ ਦਾ ਬਹੁਤ ਬੁਲੰਦ ਮੁਕਾਮ ਹੈ। ਅਹਿਮਦੀ ਜਿਹੜੀਆਂ ਗੱਲਾਂ ਜ਼ੁਬਾਨੀ ਕਰਦੇ ਨਾ ਵਹ ਇਨਾਮ ਮਿਲਣਗੇ, ਲੇਕਿਨ ਅਹਿਮਦੀ ਅੱਜ ਕਦੇ ਕਿਸੇ ਨੇ ਦਿਖਾਇਆ ਨਹੀਂ ਇਨਾਮ ਮਿਲਿਆ। ਉਹ ਪਹਿਲੇ ਕੁਝ ਵੀ ਨਹੀਂ ਜੀ। ਹੁਸੈਨੀ ਸਾਹਿਬ ਇਹ ਅਹਿਮਦੀ ਜਿਹੜੇ ਜਿਨ੍ਹਾਂ ਨੂੰ ਇਲਮ ਨਹੀਂ ਹੈ ਨਾ ਜਮਾਤ ਦਾ, ਉਹੀ ਜ਼ਿਆਦਾ ਭੌਂਕਦੇ ਨੇ। ਹਾਂਜੀ, ਉਹੀ
ਉਹੀ ਇਲਮ ਦੇ ਇਨਾਮ ਦੇ ਬਾਰੇ ਉਹਨਾਂ ਨੂੰ ਪਤਾ ਹੈ ਕੋਈ ਕਿ ਇਨਾਮ ਕਿਹੜੀ ਚੀਜ਼ ਨੂੰ ਕਿਹਾ ਗਿਆ ਅਨਮਤਾ ਅਲੈਹਿਮ ਦੇ ਇਹਦਾ ਜਿਹੜਾ ਇਨਾਮ ਹੈ ਨਾ ਜਾਂ ਇਹ ਉਹਨਾਂ ਨੂੰ ਬਿਲਕੁਲ ਨਹੀਂ ਪਤਾ। ਇਹਨਾਂ ਨੇ ਬਸ ਆਪਣੇ ਮਨ ਗੜਤ ਜਿਹੜੇ ਗਰੁੱਪ ਦੇ ਵਿੱਚ ਖਾਸ ਤੌਰ ਤੇ ਸਭ ਨਾ ਵਾਕਿਫ ਨੇ ਕੁਰਾਨ ਪਾਕ ਤੋਂ। ਸੂਰਾ ਅਲ ਬਕਰਾ ਤੁਸੀਂ ਨਾ ਮੈਨੂੰ ਕਾਫੀ ਹਿੱਸਾ ਉਹਦਾ ਜ਼ਬਾਨੀ ਯਾਦ ਹੈ ਤਰਜਮੇ ਨਾਲ। ਮੈਂ ਕਿਉਂਕਿ ਰੋਜ਼ ਸੁਣਨਾ ਵਾ ਰੋਜ਼ਾਨਾ, ਇਹ ਤਕਰੀਬਨ 15 ਸਾਲ ਤੋਂ ਮੈਂ ਸੁਣਦਾ ਪਿਆ, ਲੇਕਿਨ ਅਜੇ ਤੱਕ ਮੁਕੰਮਲ ਹਿਫਜ਼ ਨਹੀਂ ਹੋਈ। ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਇਹਨੂੰ ਹਿਫਜ਼ ਕਰਾਂ, ਲੇਕਿਨ ਹੁਣ ਉਹ ਉਮਰ ਨਹੀਂ ਹੈਗੀ, ਹਿਫਜ਼ ਨਹੀਂ ਹੁੰਦੀ। ਲੇਕਿਨ ਤੁਸੀਂ ਵੱਡੇ ਹੋ ਕੇ ਕਰਿਓ ਨਾ, ਛੋਟੀ ਉਮਰ ਵਿੱਚ ਨਹੀਂ ਹੁੰਦੀ। ਤੁਸੀਂ ਜਰਾ ਵੱਡੇ ਹੋ ਜਾਓ ਤਾਂ ਫਿਰ ਆਪਣੇ ਆਪ ਹੀ ਹੋ ਜਾਏਗੀ। ਅੱਛਾ ਤੁਸੀਂ ਵੱਡੇ ਉਮਰ ਚ ਕੀਤਾ ਸੀ ਹਿਫਜ਼? ਨਹੀਂ, ਮੈਂ ਵੀ ਵੱਡੇ ਹੋ ਕੇ ਕਰਨਾ। ਅੱਛਾ, ਇਹਦਾ ਮਤਲਬ ਹੈ ਕਿ ਕਮਾਲ ਹੈ ਹੁਸੈਨੀ ਸਾਹਿਬ, ਜੀ ਜੀ ਤੁਸੀਂ ਅਜੇ ਵੱਡੇ ਹੀ ਨਹੀਂ ਹੋਏ। ਜਾ ਨਹੀਂ ਹਲੇ ਤੁਸੀਂ ਵੱਡੇ ਨਹੀਂ ਹੋ ਹੋਏ ਗਏ ਵੈਸੇ ਮੈਂ ਨਵੀਂ ਗੱਲ ਸੁਣੀ ਕਿ ਤੁਸੀਂ ਅਜੇ ਵੱਡੇ ਹੀ ਨਹੀਂ ਹੋਏ। ਜਾ। ਕਿਆ ਬਾਤ ਹੈ। ਆਪਣਾ ਅੱਲਾ ਰੱਖਾ ਸਾਹਿਬ ਤੁਹਾਡੇ ਵਾਸਤੇ ਛੋਟਾ ਜਿਹਾ ਕਮਾਲ ਕਰ ਦਿੰਦੇ ਆ ਤੁਸੀਂ। ਮੈਂ ਨਾ ਬਾਤ ਹੈ, ਬਹੁਤ ਡੂੰਘੀਆਂ ਗੱਲਾਂ ਕਰ ਰਹੇ ਨੇ ਮਾਸ਼ਾਅੱਲਾ। ਇਹ ਅੰਧੇਰਾ ਉਜਾਲਾ ਕਿੱਥੋਂ ਆ ਗਿਆ ਜੀ? ਫਾੜ ਕੇ ਰੁਮਾਲ ਕਰ ਦਿੰਦੇ ਹੋ। ਨਹੀਂ ਮੈਂ ਤੁਹਾਡੇ ਵਾਸਤੇ ਕਹਿਣ ਲੱਗਾ, ਵੇਖੋ ਜੱਗਾ ਇਹ ਅੰਧੇਰਾ ਉਜਾਲਾ ਕਿੱਥੋਂ ਆ ਗਿਆ ਵੀ? ਨਾ ਜੀ ਫਿਰ ਨਹੀਂ ਅੰਧੇਰਾ ਹੈ ਵੀ ਉਜਾਲਾ ਕਿੱਥੋਂ ਆ ਗਿਆ ਭਾਈਆ? ਅੰਧੇਰਾ ਹੈ ਵੀ ਨਹੀਂ ਉਜਾਲਾ। ਡਾਰਕ ਨੇ ਉਹ ਮੈਂ ਇਹੀ ਤੇ ਕਹਿਣਾ ਅੰਧੇਰਾ ਉਜਾਲਾ। ਅੱਲਾ ਰੱਖਾ ਭਾਈ ਤੁਹਾਡੇ ਵਾਸਤੇ ਵੀ ਵੇਖੋ, ਤੁਸੀਂ ਜਿਹੜੀ ਗੱਲ ਪੇ ਕਰਦੇ ਹੋ ਬਹੁਤ ਡੂੰਘੀ ਗੱਲ ਹੈ। ਉਹਨੇ ਆਖਿਆ ਕਿ ਵਕਤ ਦਿਖਾਈ ਨਹੀਂ ਦੇਤਾ, ਜਿਹੜਾ ਟਾਈਮ ਹੈ ਨਾ ਉਹ ਦਿਖਾਈ ਨਹੀਂ ਦਿੰਦਾ, ਉਹ ਨਹੀਂ ਦਿੰਦਾ ਵਕਤ ਦਿਖਾਈ ਨਹੀਂ ਦੇਤਾ ਮਗਰ ਬੜੀ ਪੁਆਇੰਟ ਦੀ ਕਰਦੇ ਨੇ। ਇਹ ਸੁਣ ਲਓ ਇਹਨਾਂ ਭਾਈਆ ਅੱਲਾ ਰੱਖਾ। ਅੱਛਾ ਵਕਤ ਦਿਖਾਈ ਨਹੀਂ ਇਹਦੀ ਦਿੰਦਾ। ਡਾਰਕ ਸਾਹਿਬ ਇੱਕ ਸੁਣੋ, ਇਹਦੀ ਮੈਂ ਇੱਕ ਕਮਲ ਕਰ ਉਹਦੇ ਬਾਅਦ ਬੋਲਿਓ ਸਰ। वक्त अच्छा, दिखाई चलो, नहीं कर देता, लो, वक्त कर लो। दिखाई नहीं देता मगर दिखा बहुत कुछ देता है। ये वक्त बड़ी भैड़ी है। अच्छा सुनो हूँ ये सुनो, नजर नहीं आता पर वहाँ सब कुछ देता है। ब्लिंड को डार्क में वाइट सूजी ब्लिंड को डार्क में वाइट सूजी ब्लेंड पे जोर दियो सनी भाई जी जी ब्लेंड पे जोर दियो अनुपात को यार पूरी बोलो ना, भाई भी बैठे ने और आदमी नहीं सारे जर्मनी हो रहे हैं। ब्लिंड को ब्लिंड आंदे ना ने ना अन्ने ना 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 अन्ना जड़ा ਤੁਹਾਡੇ नहीं, ਸਨੀ ਭਾਈ एक- ਤੁਹਾਡੇ मोहतरम ने आज इस्लाह करती। मैं सारी उम्र ਇਹਨੂੰ ਬਲਾਈਂਡ ਪੜਦਾ ਰਿਹਾ, जी लेकिन असल ਜਿਹੜਾ ਲਫ਼ਜ਼ ਹੈ ਉਹ ਬਲੈਂਡ है ब्लेंड है जो मतलब ब्लिंड आंदे ने अन्ना शहर में ना टेंड में है। जो ਉਹ ਨਾ ਟੋਨੀ ਸਾਹਿਬ ਮੈਂ ਤੁਹਾਨੂੰ ਦੱਸਣਾ, ਮੇਰੇ ਅੱਬਾ ਜਾਨ ਜਿਹੜੀ ਉੱਥੇ ਬੈਂਕ ਕਿਹਾ ਜਾਂਦਾ ਸੀ ਨਾ, ਤੇ ਮੇਰੇ ਅੱਬਾ ਜੀ ਬੈਂਕ ਨੂੰ ਬੰਕ ਕਹਿੰਦੇ ਹੁੰਦੇ ਸੀ। ਤੇ ਜਦੋਂ ਇੱਥੇ ਆਏ ਨਾ ਤੇ ਉਹ ਬੈਂਚ ਇੱਕ ਮਿੰਟ ਬੈਂਚ ਨੂੰ ਨਾ ਬੈਂਚ ਤੇ ਬੈਠੇ ਤੇ ਕਹਿੰਦੇ ਪੁੱਤਰਾ ਇਹ ਵੀ ਬੰਕ ਹੈਗਾ ਹੈ। ਮੇਰੇ ਭਾਈ ਹੱਸਣ ਲੱਗੇ, ਕਹਿੰਦੇ ਅੱਬਾ ਜੀ ਤੁਸੀਂ ਬਿਲਕੁਲ ਸਹੀ ਕਿਹਾ, ਇਹਨੂੰ ਜਰਮਨ 'ਚ ਬੰਕ ਹੀ ਕਹਿੰਦੇ ਆ ਅਸੀਂ। लेकिन अपना अल्लाह रखा भाई बैंक ਜਿਹੜਾ ਵੇ ਦੋ ਮਤਲਬ ਉਹਦੇ ਨਿਕਲਦੇ ਨੇ। ਇੱਕ ਬੈਂਕ ਨਿਕਲਦਾ ਵੇ ਜਿੱਥੇ ਤੁਸੀਂ ਪੈਸੇ ਜਮ੍ਹਾਂ ਕਰਾਉਂਦੇ ਹੋ, ਇੱਕ ਬੈਂਕ ਹੈ ਜਿੱਥੇ ਤੁਸੀਂ ਬਹਿੰਦੇ ਹੋ। ਇਸੇ ਮੈਂ ਨੂੰ ਆਉਂਦੇ ਇਹ ਨੇ ਤਾਂ ਤੁਹਾਨੂੰ- ਕਿਸੇ ਅੱਛਾ ਤੁਸੀਂ ਤੁਹਾਨੂੰ ਹੁਣ ਸਮਝ ਲੱਗੀ ਹੈ? ਨਹੀਂ ਮੇਰਾ ਮੈਂ ਉਹ ਕਹਿਣ ਦਾ ਦੱਸਣਾ ਮਤਲਬ ਕਿਸੇ ਸ਼ਕੀਰ ਨੇ ਇਹੀ ਪੁੱਛਿਆ ਸੀ, ਨਾ, ਤੁਸੀਂ ਨਹੀਂ ਸਮਝੇ, ਫਿਰ ਦੇਰ ਨਾਲ ਸਮਝੇ ਸਮਝਾਣਾ ਕਿਸੇ ਤੁਸੀਂ ਸ਼ਕੀਰ ਨਾ ਨੇ ਪੁੱਛਿਆ ਨਾ। ਤੁਸੀਂ ਵਾਕਈ ਬਲਿੰਡ ਹੈਗੇ ਹੋ। हाँ ठीक है, नहीं कोई नहीं है ये। अच्छा अल्लाह रखा भाई वो किसी उस्ताद दे ਰਿਹਾ ਸੀ ਨਾ ਆਪਣਾ ਲੈਕਚਰ, ਤੇ ਉਹਨੇ ਆਖਿਆ ਹਰ ਜਿਹੜਾ ਨਾ ਹਰ ਲਫ਼ਜ਼ ਦੇ ਦੋ ਮਤਲਬ ਹੁੰਦੇ ਨੇ, ਤੇ ਉਹ ਸ਼ਾਗਿਰਦ ਆਂਦਾ ਕੱਢ ਕੇ ਬਹਾਓ। ਉਹਨੇ ਕਿਹਾ ਬਹਿ ਜਾ ਇਹਦੇ ਵੀ ਦੋ ਮਤਲਬ ਨੇ। ਮੈਂ ਗੱਲ ਕੱਢੀ ਵੈਸੇ ਉਹ ਕੱਢ ਕੇ ਬਹਾਓ ਦੇ ਵੀ ਦੋ ਮਤਲਬ ਹੁੰਦੇ ਨੇ। ਬਸ ਠੀਕ ਹੈ ਤੁਸੀਂ ਕਰੋ ਗੱਲ। ਅੱਛਾ ਮੈਂ ਇੱਕ ਹੋਰ ਚੀਜ਼ उनके सामने कहा पूछ लीजिए कादियानियों की तरफ मायल है। सैयद अतीक जी का अकीदा ये अफजल भाई बहुत सॉरी।